सतनाम करता पुरख निरभव निर्वैर अकाल मूर्त अजूनी सैभुन गुर प्रसाद। भूल छिमो हमरी प्रभापन भूलनहार कहाँ को मोसो। धन धन गुरु ग्रंथ साहब जी महाराज, धन गुरु गोबिंद सिंह साहब सच्चे पातशाह जी, नदर करनी महाराज, धन गुरु नानक साहब हजूर, कृपा करो दीन के दाते, मेरा गुण अवगुण ना विचारो महाराज। वाहिगुरु जी का खालसा, वाहिगुरु जी की फतेह। सिद्ध गोश की बाणी का सफ़र गुरु नानक साहब के बचनों ते विचार चलती है। असी कुछ समा पिछे इन्हां विचारां विच उलझ के उन्हां विच मंथन करके साहिब की बाणी तो अध्यात्म दे गहन शिखर के विचार आपस विच साझे कीते हैं। हजूर ने जीवन बारे, मन बारे, शब्द बारे, सहज बारे और होर अनेकां ही अध्यात्मक अवस्थावां बारे गल कीती है। सिद्ध गोश की बाणी 4 जगह ते विचारी गई है जो ज्ञानी दसते हैं। नानक मते, रीठा साहब, सुमेर पर्वत और बटाले विच अचल मंदिर है योगियां दा। साहिब ने अपने शरीरक जीवन के अखीरले साल विच इस बाणी नूं कंपोज किया है। हालांकि पहलां दे 3 जिहड़ी उदासियां पहलियां उदासियां सन वो 16-17 साल पहला सन। उस तो जदों साहिब सुमेर पर्वत और रीठा साहब वल गए हैं, अध्यात्मक और पूर्ण पुरुष लिए यह दुनिया सब एक रूप में दिखती है। कोई देश अपना कोई बेगाना नहीं है। हर जगह में एक जोत के दर्शन हैं। इस दर्शन विच साहिब निकले हैं। साहिब के अपने बचनों अनुसार गुरमुख नूं भालदे निकले हैं। जिहड़े गुरु के प्यासे हैं, गुरु के दर्शनों के प्यासे हैं, उन्हां नूं ढूंढण निकल गए हैं हजूर। जिवें कि किसी कोल कोई जवाब होए और उहदा कौन प्रार्थी है, कौन उस जवाब का प्रश्न पूछ रहा है, उसनूं ढूंढण निकल गए हैं। जीवन नूं किसने गहन रूप में देखा है और जानना चाहया है कि जीवन विच होर की है। ऐसा की है जीवन विच जो सानू सारी समस्याओं तो दूर निकल जा सकता है। कुछ है ऐसा की है जीवन विच जो मैनू आनंद और खुशी वल ले जा सकता है। ऐसा कुछ अधूरापन जिसनू महसूस हो रहा है और उहदी पुकार गुरु नूं मजबूर कर देंदी है बाहर निकलण नूं। जिवें कि परिवार, शरीरक परिवार, जीवन का परिवार एक होए और दूजा अध्यात्मक परिवार होर ज़्यादा खिच रखता होए। जिवें कि सत दे व्यापारी कौन हैं, उन्होंने ढूंढण निकल गए हैं महाराज। साहिब ने व्यापार सच का करना है।
ਜੇ ਅਸੀਂ ਵੀ ਇਹੋ ਜਿਹੀ ਪੁਕਾਰ ਲੈ ਕੇ ਜੀਵਨ ਵਿੱਚ ਨਿਕਲਾਂਗੇ ਤਾਂ ਇਹ ਗੁਰੂ ਦੀ ਬਾਣੀ ਸਾਨੂੰ ਉਸ ਤੀਰ ਵਾਂਗ ਮੋਜੇਗੀ ਜਿਹੜਾ ਗਿਆਨ ਬਖਸ਼ ਸਕਦੀ ਹੈ। ਗੁਰੂ ਆਪਣੀ ਬਾਣੀ ਵਿੱਚ ਹਾਜ਼ਰ ਹਨ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਜਪਜੀ ਸਾਹਿਬ ਵਿੱਚ ਸਿੱਧ ਗੋਸ਼ਟ ਵਿੱਚ ਹਾਜ਼ਰ ਹਨ। ਉਹਨਾਂ ਦੇ ਵਿਚਾਰ, ਉਹਨਾਂ ਦੀ ਬਾਣੀ ਨੂੰ ਵਿਚਾਰ ਕਰਦੇ ਉਹਨਾਂ ਦੇ ਦਰਸ਼ਨ ਰਿਵੀਲ ਹੁੰਦੇ ਹਨ। ਗੁਰੂ ਦੇ ਦਰਸ਼ਨ ਅੱਖਾਂ ਨਾਲ ਨਹੀਂ, ਮਨ ਨਾਲ ਹੁੰਦੇ ਹਨ। ਜਦੋਂ ਮਨ ਜੁੜ ਜਾਂਦਾ ਹੈ ਤਾਂ ਦਰਗਾਹ ਮਿਲ ਜਾਂਦੀ ਹੈ। ਮਨ ਗੁਰੂ ਨਾਲ ਜੁੜਿਆ, ਉਹ ਗੁਰੂ ਹਾਜ਼ਰ ਹੋ ਗਿਆ। ਸਿੱਖ ਦੀ ਪੁਕਾਰ ਵਿੱਚ ਗੁਰੂ ਹਾਜ਼ਰ ਹੈ। ਸਿੱਖ ਦੀ ਅਰਾਧਨਾ ਵਿੱਚ ਗੁਰੂ ਹਾਜ਼ਰ ਹੈ। ਸਿੱਖ ਦੇ ਪ੍ਰੇਮ ਵਿੱਚ, ਸਿੱਖ ਦੀ ਭਾਵਨਾ ਵਿੱਚ ਗੁਰੂ ਹਾਜ਼ਰ ਹੈ। ਆਓ ਅਸੀਂ ਹੁਣ ਅੱਜ ਦੀ ਪੌੜੀ, ਅੱਜ ਦਾ ਪਦਾ ਵਿਚਾਰਨ ਕਰਦੇ ਹਾਂ। ਪਹਿਲਾਂ ਅਸੀਂ ਇਸ ਪਦੇ ਨੂੰ ਪੜ੍ਹ ਲਈਏ ਰਹਾਉ ਦੀ ਤੁਕ ਨਾਲ, ਫਿਰ ਇਹਦੀ ਵਿਚਾਰ ਵਿੱਚ ਉਤਰਾਂਗੇ। ਬੜੇ ਲੋਕ ਦੁਨੀਆ ਵਿੱਚ ਸਾਨੂੰ ਜੀਵਨ ਬਾਰੇ ਦੱਸਦੇ ਹਨ ਅੱਜ ਕੱਲ੍ਹ। What is really life? Where does the happiness of life lie? And what are the right attitudes of life? ਇਹੀ ਇਸ ਬਾਣੀ ਵਿੱਚ ਵਿਚਾਰ ਚੱਲਦੀ ਹੈ। ਬਾਅਦ ਦਫਾ ਅਸੀਂ ਗਲਤੀ ਇਹ ਕਰਦੇ ਹਾਂ ਕਿ ਸਾਡੇ ਪ੍ਰਸ਼ਨ ਤਾਂ ਸ਼ਾਇਦ ਸੀਰੀਅਸ ਹੋਣਗੇ, ਪਰ ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਇਹਦੀ ਭਾਲ ਕਿੱਥੇ ਕਰੀਏ ਜਵਾਬ ਦੀ। ਵੀ ਲੁੱਕ ਫॉर ਅ ਹਿਊਮਨ ਸੋਰਸ। ਅਸੀਂ ਲੱਭਦੇ ਹਾਂ ਕੋਈ ਸਰੀਰ ਮਿਲ ਜੇ ਜਿਹਨੂੰ ਗੁਰੂ ਉਤਾਰ ਲਈਏ। ਗੁਰੂ ਦੇ ਦਰਸ਼ਨ ਮਨ ਵਿੱਚ ਹਨ, ਔਰ ਗੁਰੂ ਦੇ 3 ਦਰਸ਼ਨ ਅਸੀਂ ਵਿਚਾਰ ਚੁੱਕੇ ਹਾਂ। ਨਿਰੰਕਾਰ ਵੀ ਗੁਰੂ ਹੈ, ਗੁਰੂ ਗ੍ਰੰਥ ਵੀ ਗੁਰੂ ਹੈ, ਸ਼ਬਦ ਗੁਰੂ ਹੈ, ਔਰ ਖਾਲਸਾ ਵੀ ਗੁਰੂ ਹੈ ਸਰੀਰ ਰੂਪ ਵਿੱਚ। ਸ਼ਬਦ ਗੁਰੂ ਸ਼ਾਇਦ ਸਾਨੂੰ ਕਨਸੈਪਟ ਪੂਰੀ ਤਰ੍ਹਾਂ ਮਨ ਵਿੱਚ ਉਤਰਦਾ ਨਹੀਂ ਹੈ। ਇਸ ਤਰ੍ਹਾਂ ਸਮਝੀਏ ਕਿ ਸ਼ਬਦ ਨਿਰੰਕਾਰ ਦਾ ਇੱਕ ਹੋਰ ਨਾਮ ਹੈ। ਜਿਹੜੀ ਸ਼ਕਤੀ ਸਰਬ ਨਿਵਾਸੀ, ਸਦਾ ਲੇਪਾ, ਹਰ ਜਗ੍ਹਾ ਰਹਿੰਦੀ ਹੈ, ਦਿਖਦੀ ਨਹੀਂ ਹੈ। ਜਿਹੜੀ ਇਸ ਸ੍ਰਿਸ਼ਟੀ ਦੀ ਬਣਤ ਜਿਹਦੇ ਤੋਂ ਬਣਦੀ ਹੈ, ਸ਼ਬਦ ਉੱਥੋਂ ਆਰੰਭ ਹੁੰਦਾ ਹੈ। ਔਰ ਮੇਰੇ ਮਨ ਵਿੱਚ ਸ਼ਬਦ ਇਹ ਬਾਣੀ ਦੀ ਤਰ੍ਹਾਂ ਉਤਰਦਾ ਹੈ। ਉਸ ਕ੍ਰੀਏਸ਼ਨ ਦੀ ਸ਼ਕਤੀ ਨਾਲ ਜੁੜਨ ਲਈ ਸ਼ਬਦ ਗੁਰੂ ਨਾਨਕ ਸਾਹਿਬ ਨੇ ਇੱਕ ਬਹੁਤ ਇੰਪੋਰਟੈਂਟ ਟੂਲ ਰੱਖਿਆ ਹੈ ਆਪਣੇ ਸਾਹਮਣੇ। ਬੜਾ ਜ਼ਰੂਰੀ ਹਿੱਸਾ ਹੈ ਜੀਵਨ ਦਾ। ਹਜ਼ੂਰ ਸ਼ਬਦ ਦੇ ਆਧਾਰ 'ਤੇ ਅਧਿਆਤਮ ਨੂੰ ਰਿਵੀਲ ਕਰਦੇ ਹਨ। ਰਿਵੀਲਡ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਔਰ ਸ਼ਬਦ ਉਹ ਵੀ ਹੈ ਜੋ ਦਿਖਦਾ ਨਹੀਂ ਹੈ, ਅਲੇਪ ਹੈ, ਜਿਹਦੀ ਸ਼ਕਤੀ ਸਾਰੀ ਬ੍ਰਹਮੰਡ ਦੇ ਪਿੱਛੇ ਖੜੀ ਹੈ, ਪਰ ਉਹ ਦਿਖਦੀ ਨਹੀਂ ਹੈ। ਰਹਾਉ ਦੀ ਤੁਕ ਇਸ ਬਾਣੀ ਦੀ ਉਸੇ ਸ਼ਬਦ ਦਾ ਰੈਫਰੈਂਸ ਕਰਦੀ ਹੈ। ਕਿਆ ਭਾਵੀਏ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਆਓ ਅਸੀਂ ਇਸ ਪਦੇ ਨੂੰ ਪੜ੍ਹੀਏ
41ਵਾਂ ਪਦੇ ਦੀ ਅੱਜ ਵਿਚਾਰ ਸ਼ਰਮ ਆਰੰਭ ਹੋਣੀ ਹੈ। ਕੋਈ ਵੀਰ ਭੈਣ ਰਾਹ ਉਹਦੀ ਤੁਕ ਦੇ ਨਾਲ ਇਸ ਪਦੇ ਨੂੰ ਪੜ੍ਹ ਦੇਣ, ਫਿਰ ਇਹਦੀ ਵਿਚਾਰ 'ਚ ਉਤਰਦੇ ਹਾਂ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਗੁਰਮੁਖ ਚੂਕੈ ਆਵਣ ਜਾਣ, ਗੁਰਮੁਖ ਦਰਗਾਹ ਪਾਵੈ ਮਾਣ। ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੈ ਸਹਿਜ ਧਿਆਨ। ਗੁਰਮੁਖ ਦਰਗਾਹ ਸਿਫਤ ਸਮਾਏ, ਨਾਨਕ ਗੁਰਮੁਖ ਬੰਧ ਨਾ ਪਾਏ। ਵਾਹਿਗੁਰੂ ਜੀ। ਜੀਵਨ ਵਿੱਚ ਕਿਹੜੀ ਚੀਜ਼ਾਂ ਦੀ ਵੈਲਿਊ ਹੈ ਔਰ ਕਿਹਦੀ ਨਹੀਂ, ਇਹਨੂੰ ਜਾਣ ਲੈਣਾ ਇੱਕ ਜੀਣ ਦਾ ਤਰੀਕਾ ਦੱਸਦਾ ਹੈ। What is it that I value in life and what I don't tells me something about myself. ਕਿਸ ਨੂੰ ਕਿਹੜਾ ਸੁਭਾਅ ਚੰਗਾ ਲੱਗਦਾ ਹੈ, ਕਿਸ ਨੂੰ ਕਿਸ ਤਰ੍ਹਾਂ ਦਾ ਜੀਵਨ ਵਿੱਚ ਆਰਾਮ ਲੱਗਦਾ ਹੈ, ਇਹ ਉਹਦੇ ਮਾਨਸਿਕ ਅਵਸਥਾ ਦਾ ਵੀ ਰਿਫਲੈਕਸ਼ਨ ਹੈ। ਜੀਵਨ ਵਿੱਚ ਇੱਕ ਚੀਜ਼ ਜਿਹੜੀ ਅਸੀਂ ਕਈ ਵਾਰ ਇੰਪੋਰਟੈਂਸ ਨਹੀਂ ਸਮਝਦੇ, ਉਹ ਸਥਿਰਤਾ ਦੀ ਹੈ, ਸਟੇਬਿਲਿਟੀ ਦੀ ਹੈ। ਇਸ ਗੱਲ ਨੂੰ ਅਸੀਂ ਸ਼ਾਇਦ ਸਮਝ ਨਾ ਪਾਈਏ, ਪਰ ਭਾਈ ਗੁਰਦਾਸ ਨੇ ਵੀ ਇੱਕ ਗੱਲ ਦੱਸੀ ਹੈ ਕਿ ਸਾਧੂ ਦੇ ਬਿਨਾਂ ਕੋਈ ਥੰਮਦਾ ਨਹੀਂ ਹੈ। ਥੰਮੇ ਕੋਏ ਨਾ ਸਾਧ ਬਿਨ। ਇੱਕ ਨਦੀ ਵਾਂਗ ਅਗਰ ਜੀਵਨ ਹੈ ਔਰ ਜੀਵਨ ਵਹਿੰਦਾ ਜਾ ਰਿਹਾ ਹੈ, ਤਾਂ ਉਹਦੇ ਵਿੱਚ ਸਟੇਬਲ ਕੀ ਹੈ ਫਿਰ? When everything is moving, what is the basis of that movement? ਕੁਛ ਚੀਜ਼ ਤਾਂ ਹੋਏਗੀ ਜਿਹੜੀ ਇਸ ਨਦੀ ਨੂੰ ਥੰਮੇ ਹੋਈ ਹੈ, ਰੋਕੇ ਹੋਈ ਹੈ, ਜੋ ਸਟੇਬਲ ਹੈ। ਅਗਰ ਜੀਵਨ ਨੂੰ ਇੱਕ ਪਾਰ ਅਸੀਂ ਨੋਨ ਲਾਈਫ ਨੂੰ ਜਾਣੀਏ ਰਿਵਰ ਦੀ, ਔਰ ਦੂਸਰੀ ਸਾਈਡ ਅਸੀਂ ਨਿਰੰਕਾਰ ਨੂੰ ਜਾਣੀਏ, ਤਾਂ ਵਿੱਚ ਬਹਾਵ ਜੀਵਨ ਦਾ ਚੱਲ ਰਿਹਾ ਹੈ। ਹਾਊ ਆਈ ਵਿਲ ਗੋ ਅਕ੍ਰੋਸ। ਜੇ ਮੈਂ ਆਪਣੇ ਜੀਂਦੇ ਜੀ ਜੀਵਨ ਵਿੱਚ ਨਿਰੰਕਾਰ ਦੀ ਅਵਸਥਾ ਨੂੰ ਜਾਣ ਲਿਆ, ਇਸ ਪਦੇ ਵਿੱਚ ਵੀ ਸ਼ਬਦ ਵਰਤਿਆ ਜਾ ਰਿਹਾ, ਇਸ ਕਰਕੇ ਮੈਂ ਉਸ ਸ਼ਬਦ ਨੂੰ ਵਰਤਾਂਗਾ ਸਹਿਜ। ਅਗਰ ਮੈਂ ਜੀਂਦੇ ਜੀ ਸਹਿਜ ਅਵਸਥਾ ਨੂੰ ਜਾਣ ਲਿਆ, ਤਾਂ ਮੈਂ ਰਿਵਰ ਦੇ ਪਾਰ ਚਲਾ ਗਿਆ, ਔਰ ਨਾ ਜਾਣਿਆ ਤਾਂ ਫਿਰ ਮੈਂ ਉਸ ਨਦੀ ਵਿੱਚ ਡੁੱਬ ਗਿਆ। ਅੱਜ ਦਾ ਮੇਰਾ ਜੀਵਨ ਇੱਕ ਮੂਵਮੈਂਟ ਵਿੱਚ ਹੈ, ਬਹਾਵ ਵਿੱਚ ਹੈ, ਇੱਕ ਫਲੋ ਵਿੱਚ ਹੈ, ਔਰ ਉਹ ਫਲੋ ਚੇਂਜ ਇੰਸਪਾਇਰ ਕਰਦਾ ਹੈ, ਕੌਨਸਟੈਂਟ ਚੇਂਜ। ਉਹ ਮੇਰਾ ਬਾਹਰਲਾ ਜੀਵਨ ਵੀ ਇਸੇ ਤਰ੍ਹਾਂ ਹੈ, ਔਰ ਮੇਰਾ ਮਨ ਦੇ ਸਟੇਟਸ ਵੀ ਇਹੀ ਹੈ। Constant flow of thoughts define my status of mind. If I am constantly flowing, then I have no perspective. क्योंकि मैं बह रहा हाँ, मेरा रेफरेंस कॉन्स्टेंटली चेंज होता जा रहा है, तो मैं किस तरह जीवन नूं देखा, यह जानना बड़ा मुश्किल है, because there is constant change of perspective, of position, and I don't control it. जब मेरा कोई कंट्रोल ही नहीं है,
ਮੈਂ ਬਹਿਦਾ ਜਾ ਰਿਹਾ ਹਾਂ, ਤਾਂ ਇੱਕ ਇਹੋ ਜਿਹੀ ਮੂਵਮੈਂਟ ਵਿੱਚ ਮੈਂ ਟਰੈਪਡ ਹਾਂ ਜਿਹਦਾ ਮੈਂ ਸਲੇਵ ਹਾਂ। ਆਈ ਐਮ ਨਾਟ ਦ ਮਾਸਟਰ। ਮੈਨੂੰ ਲੱਗਦਾ ਹੈ ਮੈਂ ਮਾਸਟਰ ਹਾਂ, ਪਰ ਜਦੋਂ ਕੌਨਸਟੈਂਟ ਚੇਂਜ ਮੇਰਾ ਮਾਲਕ ਹੈ ਤਾਂ ਮੈਂ ਇੱਕ ਐਸੀ ਸਲੇਵਰੀ ਵਿੱਚ ਬੰਨਿਆ ਹੋਇਆ ਹਾਂ ਜਿਹਦੇ ਵਿੱਚ ਕੌਨਸਟੈਂਟ ਹਰਡਲਸ, ਆਬਸਟੀਕਲਸ ਮੇਰੀ ਲਾਈਫ ਡਿਫਾਈਨ ਕਰਦੇ ਹਨ। ਕਿਉਂਕਿ ਹਰ ਚੇਂਜ ਐਨਰਜੀ ਮੰਗੇਗਾ। ਟੂ ਕੋਪ ਵਿਦ ਐਵਰੀ ਚੇਂਜ ਆਈ ਨੀਡ ਐਨਰਜੀ ਐਂਡ ਦੈਟ ਬਿਕਮਸ ਮਾਈ ਹਰਡਲ। ਜੀਵਨ ਵਿੱਚ ਸਰਵਾਈਵ ਕਰਨ ਵਾਸਤੇ ਮੈਨੂੰ ਕਰਨਾ ਜ਼ਰੂਰੀ ਹੈ। ਕੁਛ ਵੀ ਨਹੀਂ ਕਰਾਂਗਾ ਤਾਂ ਖਾਣਾ ਤਾਂ ਜ਼ਰੂਰੀ ਹੈ ਹੀ। ਜੇ ਨਹੀਂ ਖਾਵਾਂਗਾ ਤਾਂ ਜੀਵਨ ਨਹੀਂ ਚੱਲ ਪਾਏਗਾ। ਤਾਂ ਕੁਛ ਕਰਨਾ ਹੀ ਹੈ। ਬਿਨਾਂ करे ਫਿਜ਼ੀਕਲ ਲਾਈਫ ਪੋਸੀਬਲ ਨਹੀਂ ਹੈ। ਤਾਂ ਲੈਟ ਅਸ ਅੰਡਰਸਟੈਂਡ ਕਿ ਜੀਵਨ ਵਿੱਚ ਕਰਨਾ, ਡੂਇੰਗ, ਜੀਵਨ ਦੀ ਰਿਐਲਿਟੀ ਹੈ। ਵਿਦਾਊਟ ਡੂਇੰਗ ਦੇਰ ਇਜ਼ ਨੋ ਲਾਈਫ। ਇਹ ਮੇਰੀ ਕੰਡੀਸ਼ਨਿੰਗ ਹੈ, ਇਹ ਮੇਰਾ ਕੰਡੀਸ਼ਨਡ ਮਾਈਂਡ ਹੈ। ਮੈਂ ਇਸੇ ਤਰ੍ਹਾਂ ਜੀਵਨ ਨੂੰ ਜਾਣਦਾ ਹਾਂ, ਇਸ ਤੋਂ ਪਰੇ ਮੈਂ ਜੀਵਨ ਨੂੰ ਨਹੀਂ ਜਾਣਦਾ। ਪਰ ਅਗਰ ਮੈਂ ਥਿਰ ਹੋ ਜਾਵਾਂ, ਅਗਰ ਮੇਰੀਆਂ ਥਾਟਸ ਰੁਕ ਜਾਣ, ਅਗਰ ਮੇਰੇ ਜੀਵਨ ਦੀ ਮੂਵਮੈਂਟ ਮਨ ਦੀ ਤਹਿ 'ਤੇ ਬਿਲਕੁਲ ਰੁਕ ਜਾਏ, ਤਾਂ ਫਿਰ ਜੀਵਨ ਕਿਸ ਤਰ੍ਹਾਂ ਲੱਗਦਾ ਹੈ? ਫਿਰ ਅੰਦਰ ਦਾ ਔਰ ਬਾਹਰ ਦਾ ਜੀਵਨ ਕਿਵੇਂ ਹੈ? ਜਦੋਂ ਬਿਲਕੁਲ ਥਾਟਸ ਰੁਕ ਜਾਣ, ਕੁਛ ਵੀ ਨਾ ਰਹਿਣ, ਤਾਂ ਮੇਰੀ ਜੋ ਵੀ ਕੰਡੀਸ਼ਨਿੰਗ ਹੋਈ ਹੈ, ਜੋ ਵੀ ਮੈਮਰੀਜ਼ ਹਨ, ਜੋ ਵੀ ਐਕਸਪੀਰੀਐਂਸਿਸ ਹਨ, ਜਿਨ੍ਹਾਂ ਨਾਲ ਮੇਰਾ ਮਨ ਰੰਗਿਆ ਹੋਇਆ ਹੈ, ਉਹ ਮੀਨਿੰਗ ਨਹੀਂ ਰੱਖਦੀਆਂ। ਫਿਰ ਕੀ ਮੀਨਿੰਗ ਰੱਖਦਾ ਹੈ? ਫਿਰ ਉਸ ਅਵਸਥਾ ਵਿੱਚ ਜੀਵਨ ਹੈ ਕੀ? ਉਸ ਅਵਸਥਾ ਵਿੱਚ ਜੀਵਨ ਔਰ ਲਾਈਫ ਦਿਖਦੀ ਕਿਸ ਤਰ੍ਹਾਂ ਹੈ? ਔਰ ਉਸ ਦੀ ਕੀ ਰਿਐਲਿਟੀ ਹੈ? ਗੁਰੂ ਨਾਨਕ ਸਾਹਿਬ ਇਸ ਪਦੇ ਵਿੱਚ ਇਹ ਸਮਝਾ ਰਹੇ ਹਨ। When there is stability and completeness in life, then movement stops. Then life becomes anew. Then a new change starts in life, which is permanent. ਸਾਹਿਬ ਦੀ ਇਹ ਗੱਲ ਜੋ ਪਹਿਲੀ ਪੰਕਤੀ ਵਿੱਚ ਸਾਹਿਬ ਨੇ ਦੱਸੀ ਹੈ, ਐਸੇ ਚੀਜ਼ ਨੂੰ ਡਿਫਾਈਨ ਕਰਦੀ ਹੈ। ਔਰ ਹਜੂਰ ਕਹਿੰਦੇ ਹਨ ਕਿ ਜੋ ਇਸ ਅਵਸਥਾ ਨੂੰ ਜਾਣਦਾ ਹੈ ਉਹ ਗੁਰਮੁਖ ਹੈ। ਗੁਰਮੁਖ ਇੱਕ ਜੀਣ ਦਾ ਐਟੀਟਿਊਡ ਹੈ। ਹਾਊ ਟੂ ਅਪਰੋਚ ਲਾਈਫ ਸੋ ਆਈ ਐਂਡ ਇਟ ਇਨ ਅ ਕੰਪਲੀਟ ਵੇ, so I can transcend it, so I can go beyond its change into permanence. ਇਸ ਅਵਸਥਾ ਨੂੰ ਗੁਰੂ ਨਾਨਕ ਸਾਹਿਬ ਨੇ ਗੁਰਮੁਖ ਕਿਹਾ ਹੈ, ਜਿਹੜਾ ਇਸ ਅਵਸਥਾ ਨੂੰ ਜੀਂਦਾ ਹੈ। ਅਸੀਂ ਸਾਰੇ ਕੁਛ ਨਾ ਕੁਛ ਡਿਗਰੀ ਵਿੱਚ ਇਸ ਅਵਸਥਾ ਨੂੰ ਜੀਂਦੇ ਹਾਂ। ਮੈਟਰ ਇਹ ਕਰਦਾ ਹੈ ਕਿ ਅਸੀਂ ਕਿਤਨਾ ਨੈਚੁਰਲ ਇਸ ਨੂੰ ਬਣਾ ਲੈਂਦੇ ਹਾਂ। ਅਗਰ ਜੀਂਦੇ ਜੀ ਅਵੇਕਨ ਸਟੇਟ ਵਿੱਚ ਨਹੀਂ ਵੀ ਜੀਂਦੇ ਤਾਂ ਨੀਂਦ ਵਿੱਚ ਜ਼ਰੂਰ ਜੀ ਲੈਂਦੇ ਹਾਂ, ਨਹੀਂ ਤਾਂ ਜੀਵਨ ਪੋਸੀਬਲ ਨਹੀਂ ਹੈ। ਮਨ ਦੀ ਐਨਰਜੀ ਸਾਰੀ ਨਿਰੰਕਾਰ ਤੋਂ ਆਉਂਦੀ ਹੈ ਔਰ ਬਿਨਾਂ ਉਸ ਨਾਲ ਜੁੜੇ ਜੀਵਨ ਨਹੀਂ ਚੱਲ ਪਾਉਂਦਾ। ਇਸ ਕਰਕੇ ਨੀਂਦ ਸਾਡੇ ਸਭ ਲਈ ਜ਼ਰੂਰੀ ਹੈ। ਗੁਰਮੁਖ ਦੀ ਗੱਲ ਚੱਲ ਰਹੀ ਹੈ। ਮਹਾਰਾਜ ਦੱਸ ਰਹੇ ਹਨ, ਗੁਰਮੁਖ ਚੁੱਕੇ ਆਵਣ ਜਾਣ।
ਗੁਰਮੁਖ ਆਪਣੇ ਜੀਵਨ ਦਾ ਮਾਸਟਰ ਹੈ। ਉਸ ਨੂੰ ਹੁਣ ਚੇਂਜ ਇਫੈਕਟ ਨਹੀਂ ਕਰਦਾ। ਉਹਦੇ ਕੋਲ ਜੀਵਨ ਦਾ ਅਸਲ ਪਰਸਪੈਕਟਿਵ ਹੈ। ਜੀਵਨ ਦੀ ਉਹ ਰਿਐਲਿਟੀ ਦਾ ਹੁਣ ਉਹ ਮਾਲਕ ਹੈ ਜਿਹੜੀ ਸਦਾ ਲਈ ਹੈ। ਇੱਕ ਮਨ ਦੀ ਅਵਸਥਾ ਹੈ ਜਿੱਥੇ ਮੈਂ ਜੀਵਨ ਤੋਂ ਪਾਰ ਚਲਾ ਗਿਆ। ਹੁਣ ਸਭ ਜੀਵਨ ਗਿਰ ਵੀ ਜਾਏਗਾ, ਮੈਂ ਘਰ ਪਹੁੰਚ ਗਿਆ ਹਾਂ। ਘਰ ਉਹ ਜਗ੍ਹਾ ਹੈ ਜਿੱਥੇ ਮੈਂ ਕੰਫਰਟ ਵਿੱਚ ਹਾਂ, ਜਿੱਥੇ ਮੈਂ ਮਾਸਟਰ ਹਾਂ, ਜਿੱਥੇ ਲੀਸਟ ਐਨਰਜੀ ਮੇਰੀ ਲੱਗਦੀ ਹੈ ਔਰ ਜਿੱਥੇ ਮੈਂ ਸਿਕਿਉਰ ਹਾਂ। ਸਾਡੇ ਘਰ ਜੋ ਦੁਨਿਆਵੀ ਘਰ ਨੇ ਇਹ ਪਰਮਾਨੈਂਟ ਅਬੋਰਡ ਨਹੀਂ ਹਨ। ਇਹ ਤੇ ਸਮੇਂ ਵਿੱਚ ਹਨ, ਸਮੇਂ ਵਿੱਚ ਗਿਰ ਜਾਣਗੇ। ਸਾਡੀ ਰਿਸ਼ਤੇਦਾਰੀਆਂ ਵੀ ਇਸੇ ਤਰ੍ਹਾਂ ਹਨ, ਸਾਡੇ ਕਾਰੋਬਾਰ ਵੀ ਇਸੇ ਤਰ੍ਹਾਂ ਹਨ, ਸੋਸਾਇਟੀ ਵੀ ਸਾਰੀ ਇਸੇ ਤਰ੍ਹਾਂ ਹੈ। ਕੁਝ ਸਮੇਂ ਦੇ ਮਿਲਣਾ ਹੈ, ਕੁਝ ਘੜੀਆਂ ਦਾ ਮਿਲਨ ਹੈ। ਉਸ ਘੜੀ ਦਾ ਨਸ਼ਾ ਹੋ ਸਕਦਾ ਹੈ ਜਿਹਦੇ 'ਚ ਮੈਂ ਭੁੱਲ ਜਾਵਾਂ ਕਿ ਇਹ ਘੜੀ ਕਦੇ ਖਤਮ ਨਹੀਂ ਹੋਏਗੀ। ਇਹ ਮੈਂ ਭੁੱਲ ਜਾਵਾਂ ਕਿ ਕਦੇ ਖਤਮ ਹੋਏਗੀ। ਇਹ ਸੋਚਣ ਲੱਗ ਪਵਾਂ ਕਿ ਇਹ ਸਮਾਂ ਕਦੇ ਖਤਮ ਨਹੀਂ ਹੋਏਗਾ। ਇਹ ਇਸ ਘੜੀ ਦਾ ਨਸ਼ਾ ਹੈ, ਇੱਕ ਇੰਟੌਕਸੀਕੇਸ਼ਨ ਹੈ ਜੀਵਨ ਦੇ ਉਲਝਣ ਵਿੱਚ, ਜਿਹਦੇ 'ਚ ਮੈਂ ਭੁੱਲ ਜਾਂਦਾ ਹਾਂ ਕਿ ਇੱਥੋਂ ਜਾਣਾ ਵੀ ਹੈ। ਔਰ ਇਹ ਮੈਨੂੰ ਮਾਇਆ ਦੇ ਰੂਪ ਵਿੱਚ ਦਰਸ਼ਨ ਬਾਣੀ ਵਿੱਚ ਇਸ ਦੇ ਹੁੰਦੇ ਹਨ। ਜਦੋਂ ਮੈਂ ਭੁੱਲ ਗਿਆ ਕਿ ਇਹ ਖੇਲ ਸਭ ਖਤਮ ਹੋਏਗਾ ਇੱਕ ਦਿਨ, ਉਸ ਦਿਨ ਮੈਟਰ ਕਰੇਗਾ ਜਾਂ ਉਸ ਤੋਂ ਪਹਿਲਾਂ ਮੈਟਰ ਕਰੇਗਾ। ਮੈਟਰ ਜ਼ਰੂਰ ਕਰੇਗਾ ਕਿ ਜੀਵਨ ਜੀਆ ਕਿਸ ਤਰ੍ਹਾਂ ਹੈ। ਬਾਣੀ ਦੱਸਦੀ ਹੈ ਕਿ ਜੀਂਦੇ ਜੀ ਜਿਸਨੇ ਜਾਣ ਲਿਆ ਉਹਨੇ ਜਾਣ ਲਿਆ। ਜੀਵਨ ਤੋਂ ਬਾਅਦ ਇਹ ਆਪਸ਼ਨਸ ਖਤਮ ਹੋ ਜਾਂਦੀਆਂ ਹਨ, ਕਿਉਂਕਿ ਐਨਰਜੀ ਜਿਹੜੀ ਮੇਰੇ ਕੋਲ ਹੈ ਉਹਦਾ ਮੈਂ ਮਾਲਕ ਹਾਂ ਉਤਨੀ ਦੇਰ ਜਿਤਨੀ ਦੇਰ ਮੈਂ ਉਸ ਐਨਰਜੀ ਉਸ ਸਰੀਰ ਵਿੱਚ ਹਾਂ। ਪਰ ਜਦੋਂ ਇਹ ਸਰੀਰ ਗਿਆ ਫਿਰ ਮੈਂ ਮਾਲਕ ਨਹੀਂ, ਫਿਰ ਮਨ ਹੀ ਹੈ। ਫਿਰ ਹੁਕਮ ਵਿੱਚ ਸਮਾ ਗਿਆ ਹੈ। ਹੁਕਮੇ ਆਵੇ, ਹੁਕਮੇ ਜਾਵੇ, ਹੁਕਮੇ ਰਹੇ ਸਮਾਈ। ਫਿਰ ਹੁਕਮ ਹੁਣ ਡਿਫਾਈਨ ਕਰੇਗਾ ਫਿਊਚਰ ਕੀ ਹੈ, ਔਰ ਉਹ ਹੁਕਮ ਕੁਝ ਰੂਲਸ ਵਿੱਚ ਹੈ, ਮੇਰੇ ਕਰਮਾਂ ਦੇ ਆਧਾਰ ਤੇ ਹੈ, ਬਟ ਕੌਨਸਟੈਂਟ ਚੇਂਜ ਹੁਣ ਮੇਰੇ ਪੱਲੇ ਹੈ। ਇਹ ਬੜਾ ਕਲੀਅਰ ਹੈ। What does destiny hold for me is either constant change or a constant state of being where doing is not needed. ਜਿੱਥੇ ਕਰਨ ਨਾਲ ਜੀਵਨ ਨਹੀਂ ਹੈ, ਜੀਵਨ ਆਪਣੇ ਆਪ ਵਿੱਚ ਹੈ। ਮਹਾਰਾਜ ਕਹਿ ਰਹੇ ਹਨ ਕਿ ਗੁਰਮੁਖ ਜਿਹੜਾ ਹੈ ਉਹ ਇਸ ਚੇਂਜ ਤੋਂ ਪਰੇ ਹੈ। ਉਹ ਆਪਣੀ ਜੀਵਨ ਦਾ ਮਾਸਟਰ ਹੈ। ਔਰ ਇਹ ਗੁਰਮੁਖ ਇੱਕ ਜੀਣ ਦਾ ਐਟੀਟਿਊਡ ਹੈ। ਇਹਨੂੰ ਇੰਡੀਵਿਜੂਅਲ ਨਾ ਸਮਝ ਕੇ ਜੀਵਨ ਦਾ ਐਟੀਟਿਊਡ ਦੇਖਾਂਗੇ ਤਾਂ ਸ਼ਾਇਦ ਸਾਨੂੰ ਕੁਝ ਹੋਰ ਦਿਖੇਗਾ। How to live life so I can swim across this river. ਪ੍ਰਸ਼ਨ ਤਾਂ ਜੀਵਨ ਤੋਂ ਅਸੀਂ ਸਾਰੇ ਪੁੱਛਦੇ ਹਾਂ, ਬਟ ਵਾਟ ਕੁਐਸਚਨਸ ਵੀ ਆਸਕ ਫਰੋਮ ਲਾਈਫ ਵਿਲ ਟੈਲ ਅਸ ਹਾਊ ਵੀ ਹੈਵ ਲਿਵਡ ਇਟ। ਬਿਕੋਜ਼ ਮਨ ਦੇ ਅੰਦਰ, ਇਮੋਸ਼ਨਸ ਦੇ ਅੰਦਰ ਜਿਹੜੇ ਪ੍ਰਸ਼ਨ ਆਨਸਰ ਹੁੰਦੇ ਹਨ, ਜਿਨ੍ਹਾਂ ਪ੍ਰਸ਼ਨਾਂ ਵਿੱਚ ਜਵਾਬ ਆਉਂਦਾ ਹੈ, ਉਹ ਉਹੀ ਨੇ ਜਿਹੜੇ ਮੈਂ ਮਨ ਵਿੱਚ ਆਪਣੇ ਵਸਾਉਂਦਾ ਹਾਂ।
ਔਰ ਅਗਰ ਮੈਂ ਅਧਿਆਤਮ ਦੇ ਪ੍ਰਸ਼ਨ ਪੁੱਛਾਂਗਾ ਤਾਂ ਮੈਨੂੰ ਉਹਨਾਂ ਦੇ ਜਵਾਬ ਮਿਲਣਗੇ। ਜੇ ਮੈਂ ਰੋਜ਼ਮर्रा ਦੇ ਜੀਵਨ ਦੇ ਪ੍ਰਸ਼ਨ ਪੁੱਛਾਂਗਾ ਤਾਂ ਉਹਦੇ ਵੀ ਜਵਾਬ ਮਿਲਣਗੇ। ਵੇਅਰ ਆਈ ਕਮਿਟ ਮਾਈ ਐਨਰਜੀ ਆਫ ਲਾਈਫ, ਦੇਅਰ ਲਾਈਫ ਵਿਲ ਫਲੋ। ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵੋ ਜਾ। ਗੁਰਮੁਖ ਚੁਕੇ ਆਵਣ ਜਾਣ। ਇਹ ਜਿਹੜਾ ਆਣਾ ਔਰ ਜਾਣਾ ਹੈ, ਇਹ ਜਿਹੜੇ ਕਰਮਾਂ ਦਾ ਚੱਕਰ ਹੈ, ਗੁਰਮੁਖ ਇਸ ਤੋਂ ਮੁਕਤ ਹੋ ਗਿਆ ਹੈ। ਗੁਰਮੁਖ ਜੀਣ ਦਾ ਐਟੀਟਿਊਡ ਹੈ ਜਿਹਦੇ ਵਿੱਚ ਹੁਣ ਕਰਮ ਮਿਟ ਗਏ ਹਨ। ਕਰਮ ਹੁਣ ਮਾਸਟਰ ਨਹੀਂ ਹਨ। ਹੁਣ ਨਦਰ ਮਾਸਟਰ ਹੈ, ਕਿਰਪਾ ਮਾਸਟਰ ਹੈ। ਹੁਣ ਸੁਰਤ ਔਰ ਸ਼ਬਦ ਮਾਸਟਰ ਹੈ ਗੇਮ ਦੀ। ਇੱਕ ਨਵਾਂ ਤਰੀਕਾ ਹੈ ਜੀਣ ਦਾ, ਡਿਫਰੈਂਟ। ਨਵੇਂ ਦਾ ਮਤਲਬ ਡਿਫਰੈਂਟ। ਕਿਉਂਕਿ ਕਰਮ ਮਿਟ ਨਹੀਂ ਸਕਦੇ ਬਿਨਾਂ ਨਦਰ ਦੇ। ਲੇਖਾ ਕਤਹੂ ਨਾ ਛੁਟੀਏ, ਹਮ ਖਿਨ ਖਿਨ ਭੂਲਨਹਾਰ। ਬਖਸ਼ਣਹਾਰਾ ਬਖਸ਼ ਦੇ, ਨਾਨਕ ਪਾਰ ਉਤਾਰ। ਗੁਰਮੁਖ ਨੇ ਉਸ ਨਦਰ ਦਾ ਆਪਣੇ ਆਪ ਨੂੰ ਪਾਤਰ ਬਣਾ ਲਿਆ ਹੈ, ਜਿਸ ਨੂੰ ਗੁਰੂ ਸਾਹਿਬ ਮੂਲ ਮੰਤਰ ਵਿੱਚ ਗੁਰਪ੍ਰਸਾਦ ਕਹਿੰਦੇ ਹਨ। ਗੁਰੂ ਨੂੰ ਮਿਲਿਆ, ਗੁਰੂ ਨੂੰ ਮਨ ਜੋੜਿਆ ਔਰ ਮਨ ਵਿੱਚ ਗੁਰੂ ਨੇ ਪ੍ਰਕਾਸ਼ ਕਰ ਦਿੱਤਾ, ਗਿਆਨ ਕਰ ਦਿੱਤਾ, ਸਟੇਬਿਲਿਟੀ ਦੇ ਦਿੱਤੀ। ਹੁਣ ਜੁੜ ਗਿਆ। ਹੁਣ ਕਰਮ ਮਿਟ ਗਏ ਹਨ। ਕਰਮ ਕਿਵੇਂ ਮਿਟੇ ਹਨ? ਕਰਮ ਦਾ ਸਾਈਕਲ ਇੱਕ ਆਪਣਾ ਸਾਈਕਲ ਹੈ। ਉਹ ਆਪਣੀ ਪੂਰੀ ਲਾਈਫ ਉਸ ਤਰ੍ਹਾਂ ਕੱਢੇਗਾ। ਪਰ ਅਗਰ ਕਿਸੇ ਨੇ ਉਸ ਜੀਵਨ ਨੂੰ ਜਾਣ ਲਿਆ ਜਿਹਦੇ ਵਿੱਚ ਜੀਵਨ ਤੋਂ ਪਰੇ ਦੀ ਸਟੇਬਿਲਿਟੀ ਹਾਜ਼ਰ ਹੈ, ਜਿਸ ਨੂੰ ਥਿਰ ਘਰ ਬੈਸੋ ਸ਼ਬਦ ਵਿੱਚ ਸਾਹਿਬ ਨੇ ਸਮਝਾਇਆ ਹੈ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਾਰੇ ਕਾਜ ਉੱਥੇ ਸੁਧਰ ਗਏ ਹਨ, ਸਵਰ ਗਏ ਹਨ। ਜਿਤਨੇ ਵੀ ਦੁਸ਼ਟ ਔਰ ਨੈਗੇਟਿਵ ਐਨਰਜੀਜ਼ ਹਨ, ਉਹ ਸਭ ਨਿਰੰਕਾਰ ਨੇ ਨਦਰ ਨਾਲ, ਕਿਰਪਾ ਨਾਲ ਇਸ ਅਬੋਰਡ ਵਿੱਚ ਸਾਨੂੰ ਉਸ ਤੋਂ ਆਜ਼ਾਦ ਕਰ ਦਿੱਤਾ ਹੈ। ਇਹ ਦੁਨੀਆ ਨਾਮ ਦੀ ਹੈ। ਇਹ ਦੁਨੀਆ ਉੱਥੇ ਹੈ ਜਿੱਥੇ ਮਨ ਦੇ ਵਿੱਚ ਜਿਹੜੀ ਜੋਤ ਜਗਦੀ ਹੈ, ਉਹਦੇ ਦਰਸ਼ਨ ਹੁੰਦੇ ਹਨ। ਸਾਨੂੰ ਉਸ ਵੱਲ ਤੁਰਨਾ ਹੈ। ਸਾਡਾ ਜੀਵਨ ਉਹਦੇ ਵੱਲ ਜਾਣਾ ਹੈ। ਮੈਂ ਉਸ ਨੂੰ ਨਹੀਂ ਜਾਣਿਆ, ਪਰ ਅਗਰ ਮੇਰੀ ਅਰਦਾਸ ਰਹੇਗੀ ਤਾਂ ਹੋ ਸਕਦਾ ਹੈ ਗੁਰਪ੍ਰਸਾਦ ਦਾ ਪਾਤਰ ਅਸੀਂ ਬਣ ਸਕੀਏ। ਫਿਰ ਸਾਡਾ ਜੀਵਨ ਉਸ ਨਜ਼ਰ ਨੂੰ ਜਾਣਦਾ ਹੈ ਜਿਹੜਾ ਕਰਮਾਂ ਤੋਂ ਪਰੇ ਹੈ, ਜਿਹੜੀ ਕਿਸੇ ਵੀ ਕਰਮ ਦੇ ਅਕਸ ਤੋਂ ਪਰੇ ਹੈ, ਜਿਹੜੀ ਦੁੱਖ ਸੁੱਖ ਤੋਂ ਪਰੇ ਹੈ, ਜਿਹੜੀ ਚੇਂਜ ਤੋਂ ਪਰੇ ਹੈ। ਐਸਾ ਵੀ ਕੋਈ ਜੀਵਨ ਹੈ, ਇਹ ਮੈਨੂੰ ਨਹੀਂ ਗਿਆਨ ਹੈ, ਪਰ ਬਾਣੀ ਦੱਸਦੀ ਹੈ ਕਿ ਗੁਰਮੁਖ ਇਹੋ ਜਿਹਾ ਜੀਵਨ ਜੀਂਦਾ ਹੈ ਜਿੱਥੇ ਥਿਰਤਾ ਹੈ, ਸਟੇਬਿਲਿਟੀ ਹੈ, ਜਿੱਥੇ ਨਦਰ ਮਾਲਕ ਹੈ, ਕਰਮ ਨਹੀਂ। सतगुर के जन्मे गमन मिटाया। सतगुरु ਨੂੰ ਮਿਲ ਕੇ ਇੱਕ ਨਵਾਂ ਜੀਵਨ ਪਾ ਲਿਆ, ਜਿਹਦੇ ਨਾਲ ਚੇਂਜ ਖਤਮ ਹੋ ਗਿਆ।
ਸਾਹਿਬ ਬਾਰ-ਬਾਰ ਮਨ ਦੀ ਗੱਲ ਚਲਾ ਰਹੇ ਹਨ। ਮਨ ਦੀ ਲੈਵਲ ਤੇ ਸਪਿਰਿਚੁਅਲਿਟੀ ਦਾ ਕੀ ਮਤਲਬ ਹੈ? ਜਦੋਂ ਅਸੀਂ ਮਨ ਦੇ ਵਿੱਚ ਵਿਚਾਰਦੇ ਹਾਂ ਤਾਂ ਵਾਟ ਇਜ਼ ਦੀ ਇੰਪੈਕਟ ਆਫ ਸਪਿਰਿਚੁਅਲਿਟੀ? ਧਰਮ ਨੂੰ ਅਸੀਂ ਮਨ ਵਿੱਚ ਕਿਸ ਤਰ੍ਹਾਂ ਜਾਣਦੇ ਹਾਂ? ਔਰ ਮਨ ਦਾ ਚੇਂਜ ਹੀ ਚੇਂਜ ਹੈ। ਫਿਜ਼ੀਕਲ ਚੇਂਜ ਐਬਸੋਲੂਟ ਨਹੀਂ ਹੈ, ਸਦਾ ਲਈ ਨਹੀਂ ਹੈ, ਕਿਉਂਕਿ ਸਰੀਰ ਹੀ ਸਦਾ ਲਈ ਨਹੀਂ ਹੈ। ਸਾਹਿਬ ਸਾਨੂੰ ਬਾਰ-ਬਾਰ ਮਨ ਵੱਲ ਪ੍ਰੇਰਦੇ ਹਨ ਔਰ ਸਾਨੂੰ ਹੈ ਉਹਨਾਂ ਦਾ ਆਦੇਸ਼ ਜਪਜੀ ਸਾਹਿਬ ਵਿੱਚ ਵੀ ਹਾਜ਼ਰ ਹੈ, ਮਨ ਜੀਤੇ ਜਗ ਜੀਤ। ਮਨ ਨੂੰ ਜਿੱਤਣ ਨਾਲ ਹੀ ਜੀਵਨ ਨੂੰ ਜਿੱਤਿਆ ਜਾ ਸਕਦਾ ਹੈ। ਇਹ ਹਾਰ ਜਿੱਤ ਦੀ ਗੇਮ ਮਨ ਦੀ ਲੈਵਲ ਤੇ ਚੱਲਦੀ ਪਈ ਹੈ, ਫਿਜ਼ੀਕਲ ਲੈਵਲ ਤੇ ਨਹੀਂ। ਨਾ ਹੀ ਇਹਨੂੰ ਜਾਣਿਆ ਜਾਏਗਾ ਫਿਜ਼ੀਕਲ ਲੈਵਲ ਤੇ ਵੀ ਇਹਦਾ ਕੀ ਇੰਪੈਕਟ ਹੈ, ਕੀ ਫਰਕ ਪੈਂਦਾ ਹੈ। ਅਸੀਂ ਉਹਨੂੰ ਪੜ੍ਹ ਨਹੀਂ ਪਾਵਾਂਗੇ, ਕਿਉਂਕਿ ਇਸ ਅਵਸਥਾ ਨੂੰ ਜਾਣਨ ਲਈ ਇਸ ਮਨ ਦੀ ਅਵਸਥਾ ਨੂੰ ਜਾਣਨਾ ਜ਼ਰੂਰੀ ਹੈ। ਅਗਰ ਇਸ ਮਨ ਦੀ ਅਵਸਥਾ ਨੂੰ ਅਸੀਂ ਜਾਣਾਂਗੇ ਤਾਂ ਹੀ ਅਸੀਂ ਜੱਜ ਕਰ ਪਾਵਾਂਗੇ ਕੌਣ ਖਰਾ ਔਰ ਕੌਣ ਖੋਟਾ। ਸਾਹਿਬ ਕਹਿੰਦੇ ਨੇ ਗੁਰਮੁਖ ਹੁਣ ਇਸ ਆਵਣ ਜਾਣ ਤੋਂ ਮੁਕਤ ਹੋ ਗਿਆ ਹੈ। ਗੁਰਮੁਖ ਚੁੱਕੇ ਆਵਣ ਜਾਣ। ਜਦੋਂ ਇੱਕ ਵਾਰ ਅਸੀਂ ਜੀਵਨ ਦੀ ਇਸ ਨਦੀ ਨੂੰ ਪਾਰ ਕਰ ਲਿਆ, ਸਹਿਜ ਦੀ ਅਵਸਥਾ ਨੂੰ ਜਾਣ ਲਿਆ, ਤਾਂ ਸਾਹਿਬ ਕਹਿੰਦੇ ਹਨ ਗੁਰਮੁਖ ਦਰਗਹਿ ਪਾਵੇ ਮਾਣ। ਫਿਰ ਇਹ ਕੋਰਸ ਪੂਰਾ ਹੋ ਗਿਆ ਲੱਗਦਾ ਹੈ, ਕਿਧਰੇ ਪਹੁੰਚ ਗਏ ਹੈ। ਦਰਗਾਹ ਇੱਕ ਬੜਾ ਪਿਆਰਾ ਸ਼ਬਦ ਹੈ ਜਿਹਦਾ ਅਰਥ ਤੇ ਇਹੀ ਹੈ ਕਿ ਨਿਰੰਕਾਰ ਹਰ ਜਗ੍ਹਾ ਤੇ ਹੈ, ਹਰ ਜਗ੍ਹਾ ਦਰਗਾਹ ਹੈ। ਪਰ ਦਰਗਾਹ ਦੀ ਰੈਵਲੇਸ਼ਨ ਮਨ ਤੇ ਹੀ ਹੋਏਗੀ। ਮਨ ਦੇ ਭੇਦ ਜਦੋਂ ਮਿਟਣਗੇ ਤਾਂ ਦਰਗਾਹ ਨੂੰ ਅਸੀਂ ਜਾਣ ਪਾਵਾਂਗੇ, ਦਰਗਾਹ ਹੈ ਕੀ। ਔਰ ਜਦੋਂ ਦਰਗਾਹ ਨੂੰ ਅਸੀਂ ਜਾਣ ਲਿਆ ਤਾਂ ਉਹ ਮਨ ਦਾ ਮਾਣ, ਕੰਪਲੀਟਨੈਸ, ਜੀਵਨ ਦਾ ਰਿਸਪੈਕਟ, ਐਕਨੋਲੇਜਮੈਂਟ ਉੱਥੇ ਮਿਲਦੀ ਹੈ। ਇਹਦਾ ਇਹ ਮਤਲਬ ਜ਼ਰੂਰੀ ਨਹੀਂ ਕਿ ਲੋਕ ਸਾਨੂੰ ਤਾੜੀਆਂ ਮਾਰਨਗੇ, ਹੋ ਸਕਦਾ ਮਾਰ ਵੀ ਦੇਣ, ਬਟ ਦੈਟਸ ਨਾਟ ਰੈਲੇਵੈਂਟ। ਮੈਨੂੰ ਲੱਗਦਾ ਰੈਲੇਵੈਂਟ ਇਹਦੇ 'ਚ ਇਹ ਹੈ ਕਿ ਜੀਵਨ ਹੁਣ ਇੱਕ ਸੈਲੀਬ੍ਰੇਸ਼ਨ ਬਣ ਜਾਂਦਾ ਹੈ। ਜੀਵਨ ਹੁਣ ਕੰਪਲੀਟਨੈਸ ਵੱਲ ਟੁਰਦਾ ਹੈ। ਮੈਂ ਕਿਤਨੇ ਹੀ ਮਸਲਿਆਂ ਵਿੱਚ ਰੋਜ਼ ਉਲਝਦਾ ਹਾਂ ਔਰ ਰੋਜ਼ ਅਧੂਰਾ ਸੋ ਜਾਂਦਾ ਹਾਂ, ਇਹ ਸੋਚਦੇ ਕਿ ਕੱਲ ਮੇਰੇ ਮਸਲੇ ਖਤਮ ਹੋ ਜਾਣਗੇ। ਮਸਲੇ ਖਤਮ ਹੁੰਦੇ ਕਿੱਥੇ ਹਨ? ਇਸ ਆਵਣ ਜਾਣ ਨਾਲ ਮਸਲੇ ਖਤਮ ਹੋ ਰਹੇ ਹਨ। ਇਹ ਗੁਰਮੁਖ ਐਟੀਟਿਊਡ ਨਾਲ ਮਸਲੇ ਖਤਮ ਹੋ ਰਹੇ ਹਨ। ਗੁਰਮੁਖ ਐਟੀਟਿਊਡ ਕੀ ਹੈ? ਮੈਂ ਆਪਣੇ ਆਪ ਨੂੰ ਜੀਵਨ ਦਾ ਸੈਂਟਰ ਜਾਣਦਾ ਹਾਂ, ਆਪਣੀ ਈਗੋ ਨੂੰ ਰੀਇਨਫੋਰਸ ਕਰਦਾ ਰਹਿੰਦਾ ਹਾਂ, ਤਾਂ ਮੈਂ ਇਸ ਗ੍ਰੈਵਿਟੀ ਵੱਲ ਜੀਂਦਾ ਹਾਂ ਕਿ ਜੋ ਕੁਝ ਦੁਨੀਆ ਹੈ ਉਹ ਮੇਰੇ ਕਾਰਨ ਕਰਕੇ ਹੈ। ਅਗਰ ਮੈਂ ਇਸ ਨੂੰ ਜੈਨੂਇਨਲੀ ਇਸ ਤਰ੍ਹਾਂ ਆਪਣੇ ਆਪ ਨੂੰ ਨਹੀਂ ਵੀ ਦੱਸਦਾ ਹੋਵਾਂ, ਮੇਰੀ ਰੋਜ਼ ਦੀ ਲਾਈਫ ਇਹੀ ਰੀਇਨਫੋਰਸ ਕਰਦੀ ਹੈ, ਕਿਉਂਕਿ ਮੈਂ ਹਾਂ ਤਾਂ ਜੀਵਨ ਹੈ। ਇੱਕ ਸੈਲਫ ਸੈਂਟਰਡ ਐਟੀਟਿਊਡ ਲਾਈਫ ਦਾ ਹੁੰਦਾ ਸਾਡਾ। ਜਦ ਕਿ ਇਹ ਰਿਐਲਿਟੀ ਨਹੀਂ ਹੈ। ਸਾਹਿਬ ਕਹਿੰਦੇ ਨੇ ਜੀਵਨ ਵਿੱਚ ਰਿਐਲਿਟੀ ਸ਼ਬਦ ਹੈ। ਜਦ ਮੈਂ ਇਸ ਸ਼ਬਦ ਨੂੰ ਐਕਨੋਲੇਜ ਕਰਦਾ ਹਾਂ ਤਾਂ ਮੈਂ ਤੂੰ ਹੀ ਨਿਰੰਕਾਰ ਦਾ ਪਹਿਲਾ ਕਦਮ ਲੈ ਲੈਂਦਾ ਹਾਂ ਕਿ ਮੈਂ ਜੀਵਨ ਦਾ ਸੈਂਟਰ ਨਹੀਂ ਹਾਂ। ਐਨਰਜੀ, ਗੋਡ, ਨਿਰੰਕਾਰ ਉਹ ਸੈਂਟਰ ਹੈ।
ਉਹ ਕ੍ਰੀਏਸ਼ਨ ਦਾ ਸੈਂਟਰ ਹੈ। ਮੈਂ ਇੱਕ ਨਵੇਂ ਤਰੀਕੇ ਨਾਲ ਜੀਵਨ ਨੂੰ ਦੇਖਣ ਲੱਗ ਪੈਂਦਾ ਹਾਂ। ਜੂਡੋ ਕ੍ਰਿਸ਼ਨ ਮੂਰਤੀ ਉਸ ਦਿਨ ਮੈਂ ਸੁਣਦਾ ਸੀ ਤੇ ਦੱਸਦੇ ਸਨ ਕਿ ਜਦੋਂ ਅਸੀਂ ਪੇੜ ਨੂੰ ਇੱਕ ਪੇੜ ਦੀ ਤਰ੍ਹਾਂ ਦੇਖਾਂਗੇ ਬਿਨਾਂ ਕਿਸੇ ਵਿਚਾਰਾਂ ਦੇ, ਤਾਂ ਅਸੀਂ ਪੂਰੀ ਚੀਜ਼ ਨੂੰ ਸਮਝ ਪਾਵਾਂਗੇ। ਗੱਲ ਤਾਂ ਠੀਕ ਲੱਗਦੀ ਹੈ। ਮਨ ਗਿਰ ਜਾਂਦਾ ਹੈ ਤਾਂ ਦੇਖਣ ਦਾ ਤਰੀਕਾ ਬਦਲ ਜਾਂਦਾ ਹੈ। ਪੇੜ ਨੂੰ ਦੇਖਿਆ, ਵਿਸਮਾਦ ਵਿੱਚ ਚਲਾ ਗਿਆ, ਜਾਂ ਪੇੜ ਨੂੰ ਦੇਖਿਆ ਹੀ ਬਸ ਤਾਂ ਉਹਦੇ ਵਿੱਚ ਸਮਾ ਗਿਆ। ਵਿਚਾਰ ਗਿਰ ਗਏ, ਮਨ ਨਹੀਂ ਰਿਹਾ। ਇੱਕ ਨਵਾਂ ਮਨ, ਇੱਕ ਨਵੀਂ ਮਨ ਦੀ ਅਵਸਥਾ ਦਾ ਗਿਆਤਾ ਹੋ ਗਿਆ। ਦੇਖਣ ਵਾਲਾ ਔਰ ਦ੍ਰਿਸ਼ ਔਰ ਦਿਖਣ ਵਾਲੀ ਵਸਤੂ ਤਿੰਨੋਂ ਇੱਕ ਹੋ ਗਏ। ਗੁਰੂ ਮਿਲ ਗਿਆ। ਸਾਹਿਬ ਨੇ ਇਸ ਅਵਸਥਾ ਨੂੰ ਸ਼ਬਦ ਦੇ ਨਾਲ ਰਿਲੇਟ ਕੀਤਾ ਹੈ। ਗੁਰੂ ਨਾਨਕ ਸਾਹਿਬ ਦਾ ਇਹ ਮਾਰਗ ਸ਼ਬਦ ਦੇ ਥਰੂ ਜਾਂਦਾ ਹੈ, ਬਾਹਰ ਮੁਖੀ ਦੇਖਣ ਨਾਲ ਨਹੀਂ। ਉਸ ਨੂੰ ਸਗੋਂ ਅਸੀਂ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ। ਉਹਦੇ ਨਾਲ ਮਨ ਹੋਰ ਗ੍ਰੋਸ ਹੁੰਦਾ ਹੈ। ਤਾਂ ਹਜੂਰ ਨੇ ਅੰਤਰ ਜਾਣ ਦਾ ਰਸਤਾ ਖੋਲ੍ਹਿਆ ਹੈ ਸਾਡੇ ਲਈ। ਉਹ ਸ਼ਬਦ ਤੋਂ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਸ ਸ਼ਬਦ ਨੂੰ ਗਾਣਾ, ਇਹਦੇ 'ਚ ਧਿਆਨ ਕਰਨਾ। ਸੁਣੀਏ ਮੰਨੀਏ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲਣਾ। ਅੰਤਰ ਦੀ ਗਤੀ ਇੱਕ ਤੀਰਥ ਦੀ ਤਰ੍ਹਾਂ ਬਣ ਜਾਂਦੀ ਹੈ, ਸਾਹਿਬ ਕਹਿੰਦੇ ਹਨ। ਸੁਣਨ ਨਾਲ, ਸੁਣਨ ਤੋਂ ਭਾਵ ਅਬਜ਼ੋਰਬ ਕਰਨਾ ਵੀ ਹੈ। ਜਦੋਂ ਮੈਂ ਜਾਣ ਲਿਆ ਕਿ ਮੈਂ ਸੈਂਟਰ ਨਹੀਂ ਹਾਂ ਜੀਵਨ ਦਾ, ਮੇਰਾ ਇਹ ਜਿਹੜਾ ਮਨ ਮੈਨੂੰ ਭਟਕਾ ਰਿਹਾ ਹੈ, ਇਹ ਮੇਰਾ ਮਾਲਕ ਨਹੀਂ ਹੈ, ਕੋਈ ਹੋਰ ਹੈ। ਔਰ ਉਹਦਾ ਰਿਪਰੈਜ਼ੈਂਟੇਟਿਵ ਸਾਹਿਬ ਨੇ ਸ਼ਬਦ ਦੀ ਤਰ੍ਹਾਂ ਸਾਡੇ ਜੀਵਨ ਵਿੱਚ ਹਾਜ਼ਰ ਕੀਤਾ ਹੈ। ਜਦੋਂ ਮੈਂ ਮਨ ਦੇ ਰੰਗ ਨੂੰ ਬਦਲ ਦਿੰਦਾ ਹਾਂ, ਹੰਕਾਰ ਤੋਂ ਦੂਰ ਕਰ ਲੈਂਦਾ ਹਾਂ ਮਨ ਦੀ ਅਵਸਥਾ। ਜਦੋਂ ਈਗੋ ਬੇਸਡ ਮਾਈਂਡ ਗਿਰ ਜਾਂਦਾ ਹੈ, ਹਉਮੈ ਗਿਰ ਜਾਂਦੀ ਹੈ। ਹਉਮੈ ਸ਼ਬਦ ਜਲਾਏ, ਸ਼ਬਦ ਜਲਾਉਂਦਾ ਹੈ ਹਉਮੈ ਨੂੰ। ਅਸੀਂ ਇਹਨੂੰ ਨਹੀਂ ਜਲਾ ਪਾਵਾਂਗੇ। ਤਾਂ ਉਹਦਾ ਪਹਿਲਾ ਸਟੈਪ ਐਕਨੋਲੇਜਮੈਂਟ ਦਾ ਇਹ ਹੈ ਕਿ ਮੈਂ ਸੈਂਟਰ ਨਹੀਂ ਹਾਂ ਲਾਈਫ ਦਾ। ਮੈਂ ਬਾਣੀ ਨੂੰ ਗਾ ਰਿਹਾ ਹਾਂ ਤਾਂ ਉਹ ਮੇਰੀ ਲਾਈਫ ਦਾ ਸੈਂਟਰ ਬਣਦਾ ਜਾ ਰਿਹਾ ਹੈ। ਮੈਂ ਆਪਣੇ ਮਨ ਨੂੰ ਚੇਂਜ ਦੇ ਵੱਲ ਤੋਰ ਦਿੱਤਾ, ਇੱਕ ਨਵੀਂ ਰਾਹ ਵੱਲ ਤੋਰ ਦਿੱਤਾ। ਸਾਹਿਬ ਨੇ ਉਸ ਨੂੰ ਗੁਰਮੁਖ ਜੀਵਨ ਕਿਹਾ ਹੈ। ਇਸ ਚੀਜ਼ ਨੂੰ ਸਾਨੂੰ ਵਿਚਾਰਨਾ ਹੈ। ਇੱਥੇ ਹੀ ਜੀਵਨ ਦਾ ਫਰਕ ਆ ਜਾਂਦਾ ਹੈ ਕਿ ਅਸੀਂ ਜੀਵਨ ਨੂੰ ਕਿਸ ਤਰ੍ਹਾਂ ਜਾਣਿਆ ਹੈ, ਕਿਸ ਤਰ੍ਹਾਂ ਜੀਆ ਹੈ। ਹਜੂਰ ਨੇ ਸਾਨੂੰ ਇਹ ਦੱਸਿਆ ਕਿ ਗੁਰਮੁਖ ਖੋਜਤ ਪਏ ਉਦਾਸੀ। ਇਸ ਗੁਰਮੁਖ ਨੂੰ ਖੋਜਦੇ ਹੋਏ ਉਦਾਸ ਹੋਏ, ਉਦਾਸੀਆਂ ਵਿੱਚ ਨਿਕਲ ਗਏ ਹਾਂ। ਗੁਰਮੁਖ ਦੀ ਇੱਕ ਜੀਵਨ ਦਾ ਐਟੀਟਿਊਡ ਹੈ। ਸਾਹਿਬ ਉਹਦੇ ਵੱਲ ਨਿਕਲ ਪਏ ਹਨ। ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੇ ਜਗ ਵਿੱਚ ਕੋਏ। ਥੰਮਣਾ ਮਨ ਨੂੰ ਸ਼ਬਦ ਨਾਲ ਸਟੇਬਲ ਕਰਨਾ ਹੈ। ਮਨ ਟਰਾਂਸਫਾਰਮ ਹੋ ਜਾਂਦਾ ਹੈ। ਦਰਗਾਹ ਵਿੱਚ ਮਾਣ ਮਿਲਦਾ ਹੈ। ਇੱਕ ਕੰਪਲੀਟਨੈਸ ਲਾਈਫ ਵਿੱਚ ਆ ਜਾਂਦੀ ਹੈ, ਜਿਹਦੇ ਵਿੱਚ ਅੰਤਰ ਮਨ ਇੱਕ ਸੈਲੀਬ੍ਰੇਸ਼ਨ ਦੀ ਤਰ੍ਹਾਂ ਹਾਜ਼ਰ ਹੁੰਦਾ ਹੈ। ਇਸ ਅਵਸਥਾ ਨੂੰ ਜਾਣਦੇ ਹੋਏ ਸਾਹਿਬ ਕਹਿੰਦੇ ਹਨ, ਗੁਰਮੁਖ ਖੋਟੇ ਖਰੇ ਪਛਾਣ। ਜਦੋਂ ਮੇਰਾ ਮਨ ਨਿਰਮਲ ਹੋ ਜਾਏਗਾ ਕਿਸੇ ਦਿਨ, ਤਾਂ ਨਿਰਮਲ ਮਨ
ਫਿਰ ਨਿਰਮਲਤਾ ਦਾ ਗਿਆਨ ਰੱਖਣਾ ਸ਼ੁਰੂ ਹੋ ਜਾਏਗਾ। ਉਹਨੂੰ ਪਤਾ ਹੈ ਫਿਰ, ਕਿਉਂਕਿ ਮਨ ਆਪਣੀ ਤਹਿ ਵਿੱਚ ਆਲ ਨੋਇੰਗ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ। ਉਹਨੂੰ ਸਭ ਗਿਆਨ ਹੈ। ਜੀਵਨ ਦਾ ਕਿਹੜਾ ਅਪਰੋਚ, ਕਿਹੜਾ ਐਟੀਟਿਊਡ ਸਹੀ ਹੈ, ਕਿਹੜਾ ਗਲਤ ਹੈ, ਉਹ ਮਨ ਦੀ ਅੰਤਰ ਅਵਸਥਾ ਇੱਕ ਟੱਚ ਸਟੋਨ ਪਰਖਣ ਦੀ ਇੱਕ ਯਤਨ। ਜੀਵਨ ਨੂੰ ਹੁਣ ਜਾਣ ਲਿਆ ਕਿ ਜੀਵਨ ਹੈ ਕੀ। ਇੱਕ ਲਿਟਮਸ ਟੈਸਟ ਹੋ ਗਿਆ। ਜਦ ਤੱਕ ਇਹ ਅਵਸਥਾ ਸਾਡੇ ਕੋਲ ਨਹੀਂ ਹੈ, ਅਸੀਂ ਨਹੀਂ ਜਾਣ ਪਾਵਾਂਗੇ ਕਿ ਕਿਹੜਾ ਜੀਣ ਦਾ ਤਰੀਕਾ ਖਰਾ ਹੈ, ਕਿਹੜਾ ਖੋਟਾ। ਅਸੀਂ ਨਹੀਂ ਜਾਣ ਪਾਵਾਂਗੇ ਕਿਹੜਾ ਜਨ ਕਮਾਈ ਵਾਲਾ ਹੈ, ਕਿਹੜਾ ਨਹੀਂ, ਕਿਉਂਕਿ ਸਾਡੇ ਕੋਲ ਉਹ ਟਚਸਟੋਨ ਹੀ ਨਹੀਂ ਹੈ, ਰੈਫਰੈਂਸ ਪੁਆਇੰਟ ਹੀ ਨਹੀਂ ਹੈ। ਔਰ ਇਹ ਸਭ ਮਨ ਦੀ ਲੈਵਲ ਤੇ ਗਿਆਨ ਹੈ। ਇਹਦੇ ਲਈ ਕੋਈ ਕਿਤਾਬ ਨਹੀਂ ਮਿਲ ਸਕਦੀ, ਕੋਈ ਫਿਜ਼ੀਕਲ ਨਿਸ਼ਾਨੀਆਂ ਨਹੀਂ ਹਨ। ਸਾਰੀ ਨਿਸ਼ਾਨੀਆਂ ਮਨ ਤੇ ਵਰਤ ਰਹੀਆਂ ਹਨ। ਮਨ ਜਾਣਦਾ ਹੈ ਤਾਂ ਸਭ ਕੁਝ ਜਾਣਦਾ ਹੈ। ਮਨ ਨਹੀਂ ਜਾਣਦਾ ਤਾਂ ਕੁਝ ਵੀ ਨਹੀਂ ਜਾਣਦਾ। ਕੇਵਲ ਕਿਤਾਬ ਦੇ ਕੁਝ ਪੰਨੇ ਹਨ, ਕੁਝ ਸਮੇਂ ਵਿੱਚ ਝੜ ਜਾਣਗੇ। ਕੇਵਲ ਕੁਝ ਐਕਸਪੀਰੀਐਂਸਿਸ ਹਨ, ਕੁਝ ਸਮੇਂ ਵਿੱਚ ਬਦਲ ਜਾਣਗੇ। ਮੈਂ ਕੀ ਹਾਂ, ਇਸ ਉਲਝਣ ਵਿੱਚ ਬਹਿੰਦਾ ਰਵਾਂਗਾ। ਮੈਂ ਇਹਨਾਂ ਐਕਸਪੀਰੀਐਂਸਿਸ ਨੂੰ ਹੀ ਜੀਵਨ ਜਾਣਦਾ ਰਹਿੰਦਾ ਹਾਂ। ਉਹ ਹਉਮੈ ਮੇਰੀ ਪੱਕੀ ਹੁੰਦੀ ਰਹਿੰਦੀ ਹੈ। ਇਸੇ ਤਰ੍ਹਾਂ ਜੀਵਨ ਦੇ ਵਿੱਚ ਸੁੱਖ ਔਰ ਦੁੱਖ ਦੀ ਉਲਝਣ ਵਿੱਚ ਮੈਂ ਉਲਝਿਆ ਰਹਿੰਦਾ ਹਾਂ। ਪਰ ਹਜ਼ੂਰ ਨੇ ਫਿਰ ਇੱਕ ਬੜੀ ਹੀ ਨਿਰਾਲੀ ਗੱਲ ਸਾਡੇ ਅੱਗੇ ਪੇਸ਼ ਕੀਤੀ ਹੈ। ਮਹਾਰਾਜ ਕਹਿੰਦੇ ਨੇ, ਗੁਰਮੁਖ ਲਾਗੇ ਸਹਿਜ ਧਿਆਨ। ਸਹਿਜ ਦੀ ਅਵਸਥਾ ਵਿੱਚ ਉਹਦਾ ਧਿਆਨ ਪਹੁੰਚ ਗਿਆ ਹੈ। ਉਹ ਜਦੋਂ ਰਿਲੈਕਸ ਕਰਦਾ ਹੈ ਤਾਂ ਧਿਆਨ ਵਿੱਚ ਚਲਾ ਜਾਂਦਾ ਹੈ। ਮਨ ਹੁਣ ਯੂਨੀਫਾਈਡ ਹੈ, ਡਿਵਾਈਡਡ ਨਹੀਂ ਹੈ, ਕੌਨਫਲਿਕਟ ਵਿੱਚ ਨਹੀਂ ਹੈ। ਤਾਂ ਥੋੜਾ ਵੀ ਫ੍ਰੀ ਟਾਈਮ ਮਿਲਦਾ ਹੈ ਤਾਂ ਉਸ ਦੇਸ਼ ਵਿੱਚ ਚਲਾ ਜਾਂਦਾ ਹੈ ਜਿੱਥੇ ਇਕਾਗਰਤਾ ਹੈ, ਧਿਆਨ ਹੈ, ਉਹਦਾ ਅਸਲ ਰੂਪ ਹੈ, ਸਹਿਜ ਹੈ, ਬਿਨਾਂ ਕੁਝ ਕੀਤੇ। ਜਿਸ ਤਰ੍ਹਾਂ ਜੀਵਨ ਦਾ ਅਪਰੋਚ ਡੂਇੰਗ ਤੇ ਭਰੋਸੇ ਤੇ ਹੈ, ਮਨ ਦੀ ਲੈਵਲ ਤੇ ਬਿਨਾਂ ਕੁਝ ਕੀਤੇ ਸਭ ਕੁਝ ਹੋ ਜਾਂਦਾ ਹੈ। ਕਿਉਂਕਿ ਮਨ ਉਸ ਨਿਰੰਕਾਰ ਨੇ ਪਰਫੈਕਸ਼ਨ ਵਿੱਚ ਘੜਿਆ ਹੈ। ਸਾਨੂੰ ਉਹਦੇ 'ਚ ਕੁਝ ਕਰਨ ਦੀ ਲੋੜ ਨਹੀਂ ਹੈ। ਉੱਥੇ ਸਭ ਕੁਝ ਪੂਰਨ ਹੈ, ਕੰਪਲੀਟ ਹੈ, ਪਰਫੈਕਸ਼ਨ ਹੈ। ਉੱਥੇ ਸਭ ਕੁਝ ਸੈਲੀਬ੍ਰੇਸ਼ਨ ਹੈ। ਬਾਣੀ ਦੱਸਦੀ ਹੈ ਸਾਨੂੰ, ਮੈਨੂੰ ਗਿਆਨ ਨਹੀਂ ਹੈ। ਇਹ ਕਿੰਨਾ ਪਿਆਰੀ ਪੰਕਤੀ ਹੈ। ਗੁਰਮੁਖ ਲਾਗੇ ਸਹਿਜ ਧਿਆਨ, ਬਿਨਾਂ ਕੁਝ ਕੀਤੇ ਧਿਆਨ ਵਿੱਚ ਚਲਾ ਗਿਆ। ਧਿਆਨ ਵਿੱਚ ਗਿਆ ਤਾਂ ਸਹਿਜ ਵਿੱਚ ਹੋ ਗਿਆ। ਹੁਣ ਇਸ ਦੁਨੀਆ ਤੋਂ ਬੜਾ ਦੂਰ ਨਿਕਲ ਗਿਆ ਲੱਗਦਾ ਹੈ। ਹੁਣ ਚੇਂਜ ਇਹਨੂੰ ਇਫੈਕਟ ਨਹੀਂ ਕਰ ਰਿਹਾ। ਹੁਣ ਇਨਕੰਪਲੀਟਨੈਸ ਪਰੇਸ਼ਾਨ ਨਹੀਂ ਕਰ ਰਹੀ। ਹੁਣ ਉਲਝਣ ਨਹੀਂ ਰਹੀ ਕੋਈ। ਗੁਰਮੁਖ ਲਾਗੇ ਸਹਿਜ ਧਿਆਨ। जितना सरल लाइफ होएगी, जितनी लैस कॉम्प्लिकेटेड थिंकिंग प्रोसेस होएगा, जितना चलाकियां घट होणगियां जीवन विच, उतना सरल होएगा मन।
ਤਾਂ ਤੁਸੀਂ ਪਾਓਗੇ ਇਹੋ ਜਿਹੇ ਜਨ ਬੜੇ ਸਾਧਾਰਨ ਸਿੰਪਲ ਜਿਹੇ ਆਰਾਮ ਨਾਲ ਰਿਲੈਕਸਡ ਐਟੀਟਿਊਡ ਵਿੱਚ ਹਨ। ਪਰੇਸ਼ਾਨੀਆਂ ਨਹੀਂ ਹਨ ਲਾਈਫ ਵਿੱਚ। ਆਲੇ ਦੁਆਲੇ ਕੀ ਹੈ ਉਹ ਕੀ ਹੈ ਉਹ ਫਰਕ ਨਹੀਂ ਪੈਂਦਾ। ਜੀਵਨ ਨੂੰ ਦੇਖ ਕਿਸ ਤਰ੍ਹਾਂ ਰਿਹਾ ਹੈ ਉਹ ਫਰਕ ਪੈਂਦਾ ਹੈ। ਨੇੜੇ ਹੈ ਸਹਿਜ। ਲੱਗਦਾ ਹੈ ਜਿਵੇਂ ਇਹ ਤੱਟ ਹੁਣ ਛੱਡਣਾ ਹੈ, ਸਹਿਜ ਦੀ ਅਵਸਥਾ ਵਿੱਚ ਜਾਣਾ ਹੈ। ਜਿਵੇਂ ਸਮਝ ਆ ਗਈ ਹੈ ਕਿ ਚੇਂਜ ਵਿੱਚ ਹੁਣ ਕੁਝ ਨਹੀਂ ਰੱਖਿਆ ਹੈ, ਇੱਥੇ ਤੜਫੜਾਉਣ ਨਾਲ ਵੀ ਕੁਝ ਨਹੀਂ ਹੋਏਗਾ। ਬਸ ਦੇਖਣ ਦਾ ਨਜ਼ਰੀਆ ਬਦਲਣਾ ਹੈ। ਜਿਨ੍ਹਾਂ ਵਸਤੂਆਂ ਵਿੱਚ, ਜਿਨ੍ਹਾਂ ਰਿਲੇਸ਼ਨਸ਼ਿਪਸ ਵਿੱਚ ਅਸੀਂ ਸਭ ਕੁਝ ਲੱਭਦੇ ਰਹੇ, ਉੱਥੇ ਧੋਖਾ ਹੀ ਮਿਲਿਆ। ਪਰ ਜਦੋਂ ਮਨ ਸਰਲ ਹੋ ਗਿਆ, ਨਾਮ ਨਾਲ ਹਲਕਾ ਹੋ ਗਿਆ, ਗੁਰਪ੍ਰਸਾਦ ਨੇੜੇ ਆ ਗਿਆ, ਤਾਂ ਸਹਿਜ ਮਿਲ ਗਿਆ, ਧਿਆਨ ਵਿੱਚ ਚਲਾ ਗਿਆ, ਆਪਣੇ ਆਪ ਵਿੱਚ ਕੰਪਲੀਟ ਹੋ ਗਿਆ। ਉਸ ਧਿਆਨ ਵਿੱਚ, ਜਿਸ ਧਿਆਨ ਤੋਂ ਸਾਰੀ ਸ੍ਰਿਸ਼ਟੀ ਹੈ, ਉਸ ਧਿਆਨ ਵਿੱਚ ਜਿੱਥੇ ਇੱਕ ਓਮਕਾਰ ਦੀ ਸ਼ਕਤੀ ਹੈ, ਉਸ ਧਿਆਨ ਵਿੱਚ ਜਿੱਥੇ ਨਦਰ ਹੈ, ਗੁਰਪ੍ਰਸਾਦ ਹੈ, ਆਨੰਦ ਹੈ, ਜਿੱਥੇ ਇੱਕ ਓਮਕਾਰ ਦੀ ਵਰਖਾ ਅੰਮ੍ਰਿਤ ਦੀ ਤਰ੍ਹਾਂ ਜੀਵਨ ਨੂੰ ਠੰਡ ਪਾ ਰਹੀ ਹੈ, ਜਿੱਥੇ ਗਿਆਨ, ਅਵੇਅਰਨੈਸ ਜੋਤ ਦੀ ਤਰ੍ਹਾਂ ਜੀਵਨ ਦੇ ਹਨੇਰਿਆਂ ਨੂੰ ਮਿਟਾ ਰਹੀ ਹੈ। ਫਿਰ ਘਰ ਬੈਸੋ ਹਰ ਜਨ ਪਿਆਰੇ। बस बैठ गया है, वो मन खड़ा हो गया है, सब कुछ सवार देता है गुरु ने। सतगुर तुमरे काज सवारे। मन दी इस तय ते सब कुछ सवरिया ही होया है। क्रिएटर ने परफेक्शन के आधार पर जीवन क्रिएट किया है और उहदे दर्शन हर जगह हाजिर हैं। इस तरह लगता है बाणी तो सहज हर जगह है। असी उसनू नहीं जानिया, इस करके मन कॉन्फ्लिक्ट विच है, डिवाइडेड है, टेंशन विच है। मन भालदा रहिंदा है, सल्यूशनस लभदा रहिंदा है, लोनलीनेस तो परे जाण लई सुख दी भाल करदा है, दूसरे जन दी भाल करदा है। यह भटकना है मन का। साहिब कहते ने क्या भविए सच सूचा होए। यह भटकन नाल की होना है, सच नूं मिल के ही सुचे होवांगे और वो शब्द नूं मिले बिना नहीं होएगा। साच शब्द बिन मुक्त ना कोई। जीवन की एक सैलीब्रेशन है गुरमुख। जीवन का एक शिखर है जिथे जीवन नूं जान लिया है, जीवन की पजल हुण जान के उसनूं सॉल्व कर लिया है। अंतर विकास है, हुण खेड़ा है एक जिहड़ा कोई लै नहीं सकता। एक नाम नाल जुड़न दा सुख है, जिस तो फिर जुड़ के चार्ज कर लेंदा अपने आप को। मैं जीवन नूं कई तरह के मसलियां विच उलझ के उहदे सल्यूशनस लभदा ही रहंदा हाँ, पर लाइफ की तय विच लाइफ चार्ज कित्थों हो रही है। जीवन के जड़ दे विच किहड़ी शक्ति है जिहड़ी सारी टहनियां नूं पानी दे के हरा करती है। मन दे विच किहड़ी जोत का प्रकाश है जिहदे नाल सदा लई मन आनंद विच चला जाता है। इसनूं जान लेना गुरमुख जीवन है।
ਇਹਦੇ ਵੱਲ ਚਲੇ ਜਾਣਾ, ਸ਼ਬਦ ਵਿੱਚ ਲੀਨ ਹੋ ਜਾਣਾ, ਇਹ ਜੀਵਨ ਹੈ। ਜਦੋਂ ਮਾਇਆ ਔਰ ਚੇਂਜ ਔਰ ਹਉਮੈ ਇਹ ਚੀਜ਼ਾਂ ਹੁਣ ਮੁੱਕ ਜਾਂਦੀਆਂ ਹਨ, ਪੂਰੀ ਤਰ੍ਹਾਂ ਸੁਣ ਲਿਆ ਤਾਂ ਮਨ ਗਿਰ ਗਿਆ। ਪੂਰੀ ਤਰ੍ਹਾਂ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਭਰ ਲਿਆ ਤਾਂ ਮਨ ਵੀ ਗਿਰ ਗਿਆ। ਪ੍ਰੇਮ ਆ ਗਿਆ ਇੱਕ ਜੀਵਨ ਵਿੱਚ, ਨਿਰੰਕਾਰ ਦੇ ਰੂਪ ਦਾ ਪ੍ਰੇਮ, ਦਰਸ਼ਨ ਦਾ ਪ੍ਰੇਮ, ਜਿਹਦੇ ਵਿੱਚ ਮੈਂ ਔਰ ਤੁਸੀਂ ਦੀ ਦੀਵਾਰ ਵੀ ਖਤਮ ਹੋ ਜਾਂਦੀ ਹੈ। ਇੱਕ ਹੀ ਦਿਖਦਾ ਹੈ, ਸਭ ਕਹਿੰਦੇ ਹਨ। ਹਜ਼ੂਰ ਦੇ ਸ਼ਬਦ ਤੋਂ ਇਹ ਸਮਝ ਆ ਰਹੀ ਹੈ ਕਿ ਜੀਵਨ ਉਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਮੈਂ ਜੀ ਰਿਹਾ ਹਾਂ। ਜੀਵਨ ਉਸ ਤਰ੍ਹਾਂ ਨਹੀਂ ਹੈ ਜਿਸ ਉਲਝਣ ਵਿੱਚ ਮੈਂ ਪੈ ਕੇ ਉਸ ਨੂੰ ਜਾਣ ਰਿਹਾ ਹਾਂ। ਜੀਵਨ ਇੱਕ ਹੋਰ ਤੱਟ ਵੱਲ ਇਸ਼ਾਰਾ ਕਰਦਾ ਹੈ, ਇੱਕ ਨਵੀਂ ਡਾਇਰੈਕਸ਼ਨ ਵੱਲ ਇਸ਼ਾਰਾ ਕਰਦਾ ਹੈ, ਜਿਸ ਨੂੰ ਸਾਹਿਬ ਨੇ ਸ਼ਬਦ ਕਿਹਾ ਹੈ, ਗੁਰਮੁਖ ਲਾਗੇ ਸਹਿਜ ਧਿਆਨ। ਬਿਨਾਂ ਕੁਝ ਕੀਤੇ ਉਹਦੇ ਧਿਆਨ ਵਿੱਚ ਗੁਰਮੁਖ ਚਲਾ ਜਾਂਦਾ ਹੈ। ਗੁਰਮੁਖ ਦਰਗਹਿ ਸਿਫਤ ਸਮਾਏ। ਦਰਗਹਿ ਮਨ ਦੀ ਉਹ ਅਵਸਥਾ ਜਿੱਥੇ ਹਾਜ਼ਰੀ ਹੈ, ਹਜ਼ੂਰੀ ਹੈ, ਪ੍ਰੈਜ਼ੈਂਸ ਹੈ, ਮੇਰੀ ਹਉਮੈ ਦੀ ਨਹੀਂ, ਨਿਰੰਕਾਰ ਦੀ ਸ਼ਕਤੀ ਦੀ, ਉਹਦੇ ਨਾਮ ਦੀ। ਜਦ ਮੈਂ ਉਹਦੀ ਸਿਫਤ ਕਰਦਾ ਹਾਂ ਤਾਂ ਮੇਰਾ ਮਨ ਮੈਂ ਤੋਂ ਹਟ ਜਾਂਦਾ ਹੈ, ਮੇਰਾ ਧਿਆਨ ਉਹਦੇ ਵੱਲ ਚਲਾ ਜਾਂਦਾ ਹੈ। ਮੈਂ ਤੋਂ ਹਟ ਕੇ ਹੁਣ ਉਸ ਵੱਲ ਚਲਾ ਗਿਆ। ਲਾਓ ਤzu ਦੇ ਜੀਵਨ ਦੀ ਕਥਾ ਹੈ। ਸਵੇਰੇ ਉੱਠ ਕੇ ਲਾਓ ਤzu ਸੈਰ ਕਰਨ ਗਿਆ, ਨਾਲ ਕੋਈ ਸੀ ਉਹਦੇ। ਬੜਾ ਚੰਗਾ ਦਿਨ ਸੀ, ਸੂਰਜ ਉਹਦੇ ਬੜੀ ਪਿਆਰੀ ਸੀ। ਤਾਂ ਉਹਦਾ ਕੰਪੈਨੀਅਨ ਬੋਲ ਪਿਆ, ਕਿੰਨਾ ਚੰਗਾ ਸਮਾਂ ਹੈ। ਲਾਓ ਤzu ਥੋੜਾ ਨਾਰਾਜ਼ ਹੋ ਗਿਆ, ਕਹਿੰਦਾ ਇਹਨੂੰ ਬੋਲਣ ਦੀ ਕੀ ਲੋੜ ਸੀ। ਇਹ ਬੋਲ ਕੇ ਮੈਂ ਹਾਜ਼ਰ ਹੋ ਗਿਆ। ਐਕਸਪੀਰੀਅੰਸ ਕਰਨ ਵਾਲਾ ਅਲੱਗ ਹੋ ਗਿਆ। ਇਉਂ ਲੱਗਦਾ ਜਿਵੇਂ ਲਾਓ ਤzu ਸਮਾਇਆ ਹੋਇਆ ਸੀ ਉਹਦੇ ਵਿੱਚ। ਉਹਨੂੰ ਵੱਖਰਾਪਨ ਮਹਿਸੂਸ ਹੋ ਗਿਆ। ਇਹ ਕਨਫਿਊਸ਼ੀਅਸ ਔਰ ਲਾਓ ਤzu ਦੋ ਅਲੱਗ-ਅਲੱਗ ਤਰ੍ਹਾਂ ਦੇ ਲੋਕ ਹਨ ਚਾਈਨਾ ਦੇ। ਲੋਕੀ ਕਨਫਿਊਸ਼ੀਅਸ ਨੂੰ ਜ਼ਿਆਦਾ ਮੰਨਦੇ ਹਨ, ਪਰ ਉਹ ਧਾਰਮਿਕ ਸਪਿਰਿਚੁਅਲ ਪਰਸਨ ਨਹੀਂ ਹੈ। ਸਪਿਰਿਚੁਅਲਿਟੀ ਤੇ ਲਾਓ ਤzu ਦੀ ਮਲਕੀਅਤ ਹੈ। ਕਨਫਿਊਸ਼ੀਅਸ ਮਿਲਣ ਗਿਆ ਸੀ ਇੱਕ ਵਾਰ, ਮੁੜ ਕੇ ਨਹੀਂ ਗਿਆ, ਡਰ ਲੱਗਦਾ ਸੀ। ਕਹਿੰਦਾ ਉਹਦੇ ਕੋਲ ਨਹੀਂ ਜਾਣਾ। ਸੱਤ ਦੇ ਦਰਸ਼ਨ ਕਈ ਵਾਰ ਆਪਣੇ ਝੂਠ ਨੂੰ ਤਿਆਗ ਕੇ ਕਰਨੇ ਪੈਂਦੇ ਹਨ। ਡਰਾਵਨਾ ਲੱਗਦਾ ਹੈ। ਗੁਰਮੁਖ ਦਰਗਹਿ ਸਿਫਤ ਸਮਾਏ, ਸਮਾ ਗਿਆ ਹੈ ਦਰਗਹਿ ਵਿੱਚ। ਸਿਫਤ ਕਰਦਾ ਕਰਦਾ ਉਹਦੇ ਵਿੱਚ ਹੀ ਲੀਨ ਹੋ ਗਿਆ। ਜੋ ਹੈ ਮੈਂ ਨਹੀਂ ਰਿਹਾ ਹੁਣ। ਗੁਰਮੁਖ ਦਰਗਹਿ ਸਿਫਤ ਸਮਾਏ। ਸਮਾ ਜਾਣ ਦਾ ਕੀ ਮਤਲਬ ਹੈ? ਆਪਣੇ ਆਪ ਨੂੰ ਤਿਆਗ ਦੇਣਾ, ਆਪਣੇ ਮਨ ਦੀ ਦੀਵਾਰਾਂ ਨੂੰ ਘੇਰ ਦੇਣਾ, ਕੂੜ ਦੀ ਭਾਲ ਖਤਮ ਕਰ ਦੇਣਾ। ਜੋ ਉਹਦਾ ਹੁਕਮ ਹੈ ਉਸ ਨੂੰ ਜਾਣ ਲੈਣਾ, ਉਹਦੇ ਵਿੱਚ ਲੀਨ ਹੋ ਜਾਣਾ। ਜੋ ਹੈ ਗੁਰਮੁਖ ਦਰਗਹਿ ਸਿਫਤ ਸਮਾਏ। ਉਹਦੀ ਸਿਫਤ ਕਰਨ ਦੀ ਗੁਰੂ ਨਾਨਕ ਸਾਹਿਬ ਨੇ ਬਹੁਤ
ਸਲਾਹ ਕੀਤੀ ਹੈ, ਬਾਰ-ਬਾਰ ਸਾਨੂੰ ਇਸ਼ਾਰਾ ਕਰਦੇ ਹਨ, ਕਿਉਂਕਿ ਇਹ ਇੱਕ ਤਰੀਕਾ ਹੈ ਜਦੋਂ ਮੈਂ ਆਪਣੇ ਤੋਂ ਹਟ ਕੇ ਉਹਦੇ ਵੱਲ ਮੂੰਹ ਕਰਨਾ ਸ਼ੁਰੂ ਕਰ ਦਿੰਦਾ ਹਾਂ, ਮਨਮੁਖਤਾ ਤੋਂ ਹਟ ਕੇ ਗੁਰਮੁਖਤਾ ਵੱਲ ਟੁਰ ਪੈਂਦਾ ਹਾਂ। ਉਹਦੀ ਸਿਫਤ ਕਰਨ, ਸਿਫਤ ਮੈਂ ਉਹਦੀ ਕਰਾਂਗਾ ਤਾਂ ਆਪਣੀ ਨਹੀਂ ਕਰ ਸਕਦਾ, ਨਹੀਂ ਤਾਂ ਮੇਰਾ ਜੀਵਨ ਆਪਣੀ ਸਿਫਤ ਵਿੱਚ ਹੀ ਲੱਗਦਾ ਰਹਿੰਦਾ ਹੈ, ਜਾਂ ਦੂਸਰੇ ਕਰਨ ਜਾਂ ਮੈਂ ਕਰਾਂ। ਇੱਥੇ ਹੀ ਮੈਂ ਹੰਕਾਰ ਨੂੰ ਖੜਾ ਕਰਦਾ ਰਹਿੰਦਾ ਹਾਂ। ਇੱਕ ਟਰੈਪ ਹੈ, ਸੋਲੂਸ਼ਨਸ ਨਹੀਂ ਹਨ, ਸਗੋਂ ਇੱਕ ਨਸ਼ਾ ਹੈ ਜੋ ਝੂਠਾ ਹੈ, ਗਾਲ ਦੇਗਾ ਜੀਵਨ ਨੂੰ। ਕਾਮ ਕ੍ਰੋਧ ਕਾਇਆ ਦੋਏ ਗਾਲੇ, ਹੰਕਾਰ ਤੋਂ ਫਿਰ ਕਾਮ ਔਰ ਕ੍ਰੋਧ ਉੱਠਦਾ ਹੈ, ਉਹ ਗਾਲ ਦਿੰਦੇ ਹਨ ਜੀਵਨ ਨੂੰ। ਸਾਹਿਬ ਦੱਸਦੇ ਹਨ ਫਿਰ, ਨਾਨਕ ਗੁਰਮੁਖ ਬੰਧ ਨਾ ਪਾਏ। ਇਹ ਹੁਣ ਆਜ਼ਾਦ ਹੈ, ਬੰਧਨ ਦੇ ਅੰਦਰ ਨਹੀਂ ਹੈ। ਇਹ ਹੁਣ ਜੀਵਨ ਸੋਚ ਤੋਂ ਪਰੇ ਹੈ, ਜਿਵੇਂ ਇਨਫਾਈਨਾਈਟ ਹੋ ਗਿਆ। ਜਿਉਂ ਜਲ ਮੇਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ। ਇਹ ਨਾਮ ਦੀ ਕੁਆਲਿਟੀ ਹੈ, ਵਿਸਰਾਮ, ਕਿਉਂਕਿ ਹੁਣ ਜਾਣਾ ਨਹੀਂ ਹੈ ਕਿਧਰੇ। ਹੁਣ ਮਨ ਦੀ ਇਨਕੰਪਲੀਟਨੈਸ ਨੂੰ ਪੂਰੇ ਕਰਨ ਦਾ ਕੋਈ ਯਤਨ ਨਹੀਂ ਕਰਨਾ ਹੈ, ਐਫਰਟ ਨਹੀਂ ਕਰਨਾ ਹੈ। ਹੁਣ ਸਹਿਜ ਦਾ ਮਤਲਬ ਇਹੀ ਹੈ ਕਿ ਜੋ ਹੈ ਉਸ ਨੂੰ ਮੈਂ ਜਾਣ ਲਿਆ। ਹੁਣ ਉਸ ਨੂੰ ਕਰਨ ਨਾਲ ਕੋਈ ਰਿਲੇਸ਼ਨ ਨਹੀਂ ਹੈ, ਮੈਂ ਨਾ ਕਰਨ ਨਾਲ ਜਾਣਿਆ। ਇੱਕ ਬਗੀਚੇ ਵਿੱਚ ਪੈਰ ਰੱਖ ਲਿਆ, ਜਿੱਥੇ ਪਾਣੀ ਦੇਣ ਦੀ ਲੋੜ ਨਹੀਂ ਹੈ, ਸਦਾ ਹੀ ਹਰਿਆਲੀ ਹੈ, ਪਤਝੜ ਨਹੀਂ ਹੁੰਦਾ ਇੱਥੇ। ਭਗਤ ਰਵਿਦਾਸ ਬੇਗਮਪੁਰਾ ਵਾਲੇ ਸ਼ਬਦ ਵਿੱਚ ਇਹੀ ਕਹਿੰਦੇ ਹਨ, ਨਾਨਕ ਭਗਤਾ ਸਦਾ ਵਿਗਾਸ। ਹਜੂਰ ਸਾਨੂੰ ਇੱਕ ਇਹੋ ਜਿਹੇ ਮਨ ਦੇ ਵੱਲ ਗਾਈਡ ਕਰ ਰਹੇ ਹਨ, ਇੱਕ ਇਹੋ ਜਿਹੇ ਜੀਵਨ ਦੇ ਵੱਲ ਗਾਈਡ ਕਰ ਰਹੇ ਹਨ ਜਿੱਥੇ ਵਿਸਰਾਮ ਹੈ, ਜਿੱਥੇ ਘਰ ਹੈ, ਜਿੱਥੇ ਸਟੇਬਿਲਿਟੀ ਹੈ, ਜਿੱਥੇ ਝੂਠ ਤਿਆਗਿਆ ਗਿਆ ਹੈ, ਜਿੱਥੇ ਮੈਂ ਜੀਵਨ ਦਾ ਸੈਂਟਰ ਨਹੀਂ ਹੈ, ਇੱਕ ਤੂੰ ਹੀ ਨਿਰੰਕਾਰ। ਕੂੜ ਦੀ ਪਾਲ ਟੁੱਟ ਗਈ ਜਿੱਥੇ। ਸਾਨੂੰ ਜੀਵਨ ਨੂੰ ਕਿਸ ਤਰ੍ਹਾਂ ਜੀਣਾ ਹੈ ਕਿ ਗੁਰਮੁਖਤਾ ਜੀਵਨ ਅਸੀਂ ਰੀਇਨਫੋਰਸ ਕਰ ਲਈਏ, ਆਪਣੇ ਆਪ ਨੂੰ ਸੈਂਟਰ ਨਾ ਜਾਣ ਕੇ ਨਿਰੰਕਾਰ ਨੂੰ ਸੈਂਟਰ ਜਾਣੀਏ। ਹਜੂਰ ਕਹਿੰਦੇ ਨੇ ਸਿਫਤ ਵਿੱਚ, ਉਸ ਦੀ ਸਿਫਤ ਵਿੱਚ ਬਾਣੀ ਪੜ੍ਹ, ਆਪਣੇ ਮਨ ਨੂੰ ਬਾਣੀ ਨਾਲ ਰੰਗ ਦਈਏ। ਇੱਕ ਦੀਵਾਰ ਹੈ, ਮੈਂ ਔਰ ਮੇਰੀ ਈਗੋ ਔਰ ਮੇਰਾ ਕੰਡੀਸ਼ਨਡ ਮਾਈਂਡ, ਜਿਹੜਾ ਅਸਲ ਵਿੱਚ ਸਤ ਨਹੀਂ ਹੈ, ਔਰ ਇਹਦੇ ਗਿਰਨ ਨਾਲ ਜੀਵਨ ਕੁਝ ਹੋਰ ਤਰ੍ਹਾਂ ਦਿਖੇਗਾ। ਕੌਨਫਲਿਕਟ ਹਟ ਜਾਏਗਾ ਜੀਵਨ ਤੋਂ, ਐਕਸੈਪਟੈਂਸ ਜੀਵਨ ਬਣ ਜਾਏਗਾ, ਕਿਉਂਕਿ ਸਹਿਜ ਨੂੰ ਜਾਣ ਲਿਆ ਹੈ। ਹੁਣ ਜੋ ਹੈ ਉਹਦੇ ਵਿੱਚ ਜੀਣਾ ਹੁਣ ਆਸਾਨ ਹੋ ਜਾਏਗਾ। ਹੁਣ ਬਾਹਰ ਦਾ ਦੌੜ ਉਸ ਤਰ੍ਹਾਂ ਨਹੀਂ ਦਿਖੇਗੀ ਜਿਸ ਤਰ੍ਹਾਂ ਪਹਿਲੇ ਦਿਖਦੀ ਸੀ। ਹੈ ਬਾਹਰ ਦੀ ਜੀਵਨ ਦੀ ਦੌੜ, ਉਸ ਦੀ ਆਪਣੀ ਰੋਲ ਡਿਫਾਈਨ ਕਰਦੀ ਹੈ, ਪਰ ਉਹ ਮੇਰੀ ਨੀਡ ਨਹੀਂ ਹੈ। ਹੁਣ ਮੇਰਾ ਰੋਲ ਹੈ। ਹੁਣ ਡੈਸਪਰੇਸ਼ਨ ਨਹੀਂ ਹੈ, ਉਹਦੇ ਕਰਕੇ ਮੈਂ ਹਾਂ, ਇਹ ਗੱਲ ਨਹੀਂ ਹੈ। ਉਹ ਹੁਕਮ ਦਾ ਇੱਕ ਹਿੱਸਾ ਹੈ ਜਿਹਨੂੰ ਮੈਂ ਜੀਣਾ ਹੈ। ਇਸ ਤਰ੍ਹਾਂ ਲੱਗਦਾ ਹੈ। ਮਹਾਰਾਜ ਕਹਿੰਦੇ ਹਨ, ਨਾਨਕ ਗੁਰਮੁਖ ਬੰਧ ਨਾ ਪਾਏ। ਹੁਣ ਇਹਦੇ 'ਚ ਕੋਈ ਬੰਧਨ ਨਹੀਂ ਹੈ। ਗੁਰਮੁਖ ਦੇ
ਜੀਵਨ ਵਿੱਚ ਕੁਝ ਬੰਧਨ ਨਹੀਂ ਰਹਿ ਜਾਂਦਾ, ਕੋਈ ਵਿਘਨ ਨਹੀਂ ਰਹਿ ਜਾਂਦੇ, ਕੋਈ ਦੀਵਾਰਾਂ ਨਹੀਂ ਰਹਿ ਜਾਂਦੀਆਂ। ਸਾਹਿਬ ਨੇ ਵੀ ਜੀਵਨ ਵਿੱਚ ਕੌਨਫਲਿਕਟਸ ਫੇਸ ਕੀਤੇ ਹਨ, ਪਰ ਦੇਖੋ ਉਹਨਾਂ ਨੇ ਕਿਸ ਤਰ੍ਹਾਂ ਹੈਂਡਲ ਕੀਤਾ ਹੈ। ਸੱਜਣ ਠੱਗ ਕੋਈ ਘੱਟ ਡੇਂਜਰਸ ਆਦਮੀ ਨਹੀਂ ਹੈ, ਉਹ ਮਾਰ ਵੀ ਸਕਦਾ ਸੀ, ਪਰ ਸਾਹਿਬ ਗੁਰਮੁਖ ਖੋਟੇ ਖਰੇ ਪਛਾਣ ਇਸ ਗਿਆਨ ਵਿੱਚ ਹਨ, ਔਰ ਕੇਵਲ ਉਸ ਅਵੇਅਰਨੈਸ ਵਿੱਚ ਉਸ ਦੇ ਮਨ ਨੂੰ ਜੋੜ ਦਿੰਦੇ ਹਨ ਕਿ ਤੇਰਾ ਸੱਤ ਕੀ ਹੈ, ਦੇਖ ਲੈ, ਔਰ ਉਹਦਾ ਮਨ ਬਦਲ ਜਾਂਦਾ ਹੈ। ਇਹ ਗੁਰੂ ਦੇ ਜੀਵਨ ਦਾ ਇੱਕ ਰਿਫਲੈਕਸ਼ਨ ਹੈ ਕਿ ਗੁਰੂ ਕਿਵੇਂ ਸਾਡੇ ਜੀਵਨ ਤੋਂ ਕੌਨਫਲਿਕਟ ਹਟਾ ਦਿੰਦਾ ਹੈ। ਜਿੱਥੇ ਅਸੀਂ ਦੁਖੀ ਹਾਂ ਔਰ ਉਸ ਨੂੰ ਅਸੀਂ ਸੁੱਖ ਸਮਝ ਕੇ ਜੀ ਰਹੇ ਹਾਂ, ਉਹਦੇ 'ਚ ਪ੍ਰਕਾਸ਼ ਪਾ ਦਿੰਦਾ ਹੈ। ਨਾਨਕ ਗੁਰਮੁਖ ਬੰਧ ਨਾ ਪਾਏ, ਗੁਰਮੁਖ ਲਾਗੇ ਸਹਿਜ ਧਿਆਨ। ਆਵਾਗਾਮ ਸਦਾ ਮਸ਼ਹੂਰ, ਉਹਾਂ ਗਨੀ ਬਸੇ ਮਾਮੂਰ। ਤਿਉਂ ਤਿਉਂ ਸੈਲ ਕਰੇ ਜੋ ਪਾਵੇ, ਮਹਿਰ ਮਹਿਲ ਨਾ ਕੋ ਅਟਕਾਵੇ। ਕੋਈ ਅਟਕ ਨਹੀਂ ਰਹਿ ਗਈ ਹੈ। ਆਵਾਗਾਮ ਸਦਾ ਮਸ਼ਹੂਰ, ਐਵਰਗ੍ਰੀਨ, ਕਦੇ ਪਤਝੜ ਨਹੀਂ ਹੈ ਉੱਥੇ। ਆਬਾਦ। ਹਜੂਰ ਦੇ ਇਸ ਪਦੇ ਨੂੰ ਵਿਚਾਰਦੇ ਹੋਏ ਅੱਜ ਦਾ ਇਹ ਪਦਾ ਜਿੰਨੀ ਮੈਂ ਆਪ ਅੱਗੇ ਵਿਚਾਰ ਰੱਖੀ, ਇਹਨੂੰ ਪ੍ਰਵਾਨ ਕਰਨਾ। ਜੋ ਮੇਰੀ ਗਲਤੀਆਂ ਹਨ ਉਹਨੂੰ ਜ਼ਰੂਰ ਸੁਧਾਰਨਾ। ਸਾਹਿਬ ਦੀ ਇਸ ਬਾਣੀ ਨੂੰ ਵਿਚਾਰਦੇ ਹੋਏ ਮਨ ਵਿੱਚ ਕਈ ਤਰੰਗਾਂ ਉੱਠਦੀਆਂ ਹਨ। ਕਿਤਨੀ ਗਹਿਨ ਬਾਣੀ ਹੈ ਔਰ ਕਿਤਨੀ ਉੱਚੀ ਉਡਾਰੀ ਹੈ, ਇਹ ਤਾਂ ਸ਼ਾਇਦ ਮੈਂ ਕਦੇ ਜਾਣ ਵੀ ਨਹੀਂ ਪਾਵਾਂਗਾ। ਪਰ ਮੇਰੀ ਭੁੱਲਾਂ ਨੂੰ ਭੁੱਲ ਸਮਝ ਕੇ ਆਪ ਬਖਸ਼ ਦੇਣਾ। ਕਿਰਪਾ ਕਰੇ ਗੁਰੂ, ਕਦੇ ਇਸ ਸ਼ਬਦ ਦੀ ਕਮਾਈ ਵੀ ਕਰ ਸਕੀਏ। ਆਪ ਕੁਝ ਕਹਿਣਾ ਚਾਹੋ, ਪੁੱਛਣਾ ਚਾਹੋ, ਦੱਸਣਾ ਚਾਹੋ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।